वाहिगुरु साहब जीओ। एक ओंकार सतनाम करता पुरख निर्भव निर्वैर अकाल मूरत अजूनी सहबं गुर प्रसाद। वाहिगुरु जी का खालसा वाहिगुरु जी की फतेह। सन्मानयोग गुरु सवारियो, सिख मिशनरी कॉलेज वालों चल रही रोजाना गुरमत क्लास विच आप सारिਆਂ ਨੂੰ जी आया। ਅੱਜ ਸਾਡੀ क्लास का विषय है सिख रहत मर्यादा। ਜਿਹੜੇ ਅਸੀਂ ਲੜੀਵਾਰ ਵਿਚਾਰ ਜੋ ਮੱਦਾਂ ਸਿੱਖ ਰਹਿਤ ਮਰਿਆਦਾ ਵਿੱਚ ਦਿੱਤੀਆਂ ਗਈਆਂ ਹਨ ਉਹਨਾਂ ਦੀ ਵਿਆਖਿਆ ਸਹਿਤ ਅਧਿਐਨ ਕਰ ਰਹੇ ਹਾਂ। तो सिख रहत मर्यादा ਵਿੱਚ ਸਿੱਖ ਦੇ ਜੀਵਨ ਦੇ ਦੋ ਹਿੱਸੇ ਹਨ, ਇੱਕ ਸ਼ਖਸੀ ਜੀਵਨ, ਇੱਕ ਪੰਥਕ ਰਹਿਣੀ। ਇੱਕ ਸ਼ਖਸੀ ਰਹਿਣੀ, ਇੱਕ ਪੰਥਕ ਰਹਿਣੀ। ਹਾਲਾਂਕਿ ਦੋਨੇ ਸ਼ਖਸੀ ਤੇ ਪੰਥਕ ਰਹਿਣੀ ਨੂੰ ਅਲੱਗ-ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ। ਦੋਨੇ ਹੀ ਇੱਕ ਦੂਜੇ ਦੇ ਉੱਤੇ ਡਿਪੈਂਡੈਂਟ ਹਨ, ਇੱਕ ਦੂਜੇ ਦੇ ਉੱਤੇ ਨਿਰਭਰ ਕਰਦੀਆਂ ਹਨ। ਸ਼ਖਸੀ ਰਹਿਣੀ ਦੇ ਵਿੱਚ ਨਾਮ ਬਾਣੀ ਦਾ ਅਭਿਆਸ, ਗੁਰਮਤਿ ਦੀ ਰਹਿਣੀ ਅਤੇ ਸੇਵਾ, ਤਿੰਨ ਹਿੱਸੇ ਸ਼ਖਸੀ ਰਹਿਣੀ ਦੇ ਸਨ ਜਿਨ੍ਹਾਂ ਦੀ ਵਿਚਾਰ ਅਸੀਂ ਪਿੱਛੇ ਕਰ ਚੁੱਕੇ ਹਾਂ। ਨਾਮ ਬਾਣੀ ਦੇ ਅਭਿਆਸ ਵਿੱਚ ਸਵੇਰੇ ਅੰਮ੍ਰਿਤ ਵੇਲੇ ਸਿੱਖ ਪਹਿਲਾਂ ਸਿੱਖ ਦੀ ਤਾਰੀਫ, ਸਿੱਖ ਹੈ ਕੌਣ, ਕਿਸ ਉੱਤੇ ਮਰਿਆਦਾ ਲਾਗੂ ਹੁੰਦੀ ਹੈ, ਸਿੱਖ ਦੀ ਤਾਰੀਫ ਜਿਹਦਾ ਸਿੱਖ ਦੀ ਡੈਫੀਨੇਸ਼ਨ ਆਫ ਸਿੱਖ, ਉੱਥੋਂ ਇਹ ਵਿਚਾਰ ਆਰੰਭ ਹੋਈ ਸੀ। ਫਿਰ ਸਿੱਖ ਨੇ ਕਦੋਂ ਉੱਠਣਾ, ਨਿਤਨੇਮ ਦੀਆਂ ਬਾਣੀਆਂ ਕਿਹੜੀਆਂ ਹਨ, ਸ਼ਾਮ ਦੇ ਨਿਤਨੇਮ ਦੀ ਬਾਣੀ ਕਿਹੜੀ ਹੈ, ਸੌਣ ਤੋਂ ਪਹਿਲਾਂ ਕਿਹੜੀ ਬਾਣੀ ਦਾ ਪਾਠ ਕਰਨਾ, ਅਰਦਾਸ ਦਾ ਨਮੂਨਾ ਕੀ ਹੈ, ਦੋਨੇ ਵੇਖਣ ਦੀ ਅਰਦਾਸ ਕੀ ਹੈ, ਗੁਰਦੁਆਰੇ ਤਖਤ ਕੀਰਤਨ ਕੜਾਹ ਪ੍ਰਸ਼ਾਦ ਦੀ ਮਰਿਆਦਾ, ਕਥਾ ਦੀ ਮਰਿਆਦਾ, ਇਹ ਸਾਰਾ ਕੁਛ ਅਸੀਂ ਸ਼ਖਸੀ ਰਹਿਣੀ ਦੇ ਵਿੱਚ ਪੜ੍ਹ ਚੁੱਕੇ ਹਾਂ। ਗੁਰਮਤਿ ਰਹਿਣੀ ਦੇ ਸਰਲੇਖ ਹੇਠ ਤਿੰਨ ਚੀਜ਼ਾਂ ਸਨ। ਇੱਕ, ਅਕਾਲ ਪੁਰਖ ਤੋਂ ਛੁੱਟ ਕਿਸੇ ਹੋਰ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ, ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ 10 ਗੁਰੂ ਸਾਹਿਬਾਨ ਤੇ ਉਹਨਾਂ ਦੀ ਬਾਣੀ ਨੂੰ ਮੰਨਣਾ। ਤੀਜਾ ਸੀ ਦਸੇ ਗੁਰੂ ਸਾਹਿਬਾਨ ਨੂੰ ਇੱਕ ਜੋਤ ਕਰਕੇ ਜਾਣਨਾ। ਉਹਨਾਂ ਦੀ ਫਿਰ ਅੱਗੋਂ ਵਿਆਖਿਆ ਸੀ ਸਾਰੀ, ਜਿਹਦੀ ਅਸੀਂ ਵਿਆਖਿਆ ਵਿਚਾਰ ਪਿੱਛੇ ਕਰ ਲਈ। ਉਸ ਤੋਂ ਬਾਅਦ ਸਿੱਖ ਦੀ ਸ਼ਖਸੀ ਜੀਵਨ ਦੇ ਤਿੰਨ ਸੰਸਕਾਰ ਜਿਹੜੇ ਹਨ, ਜੀਵਨ ਜਨਮ ਤੇ ਨਾਮ ਸੰਸਕਾਰ, ਫਿਰ ਅਨੰਤ ਸੰਸਕਾਰ ਤੇ ਫਿਰ ਮ੍ਰਿਤਕ ਸੰਸਕਾਰ। ਇਹ ਸ਼ਖਸੀ ਜੀਵਨ ਨਾਲ ਰਿਲੇਟਡ ਜਿਹੜੇ ਹਨ ਉਹਨਾਂ ਤਿੰਨਾਂ ਸੰਸਕਾਰਾਂ ਦਾ ਜ਼ਿਕਰ ਅਸੀਂ ਕਰ ਲਿਆ। ਉਸ ਤੋਂ ਬਾਅਦ ਹੋਰ ਰੀਤੀਆਂ ਦੀ ਸਰਲੇਖ ਆਇਆ ਸੀ। ਇਹਨਾਂ ਤੋਂ ਇਲਾਵਾ ਹੋਰ ਜਿਹੜੀਆਂ ਰੀਤੀਆਂ ਹਨ ਉਦੋਂ ਸਿੱਖ ਨੇ ਕੀ ਕਰਨਾ ਹੈ, ਉਹਨਾਂ ਦੀ ਵਿਚਾਰ ਵੀ ਅਸੀਂ ਪਿੱਛੇ ਕਰ ਚੁੱਕੇ ਹਾਂ। ਪਿਛਲੇ ਹਫ਼ਤੇ ਅਸੀਂ ਉਹਨਾਂ ਦੀ ਵਿਚਾਰ ਜਿਹੜੀ ਹੈ ਉਹ ਕੀਤੀ ਹੈ। ਫਿਰ ਅੱਗੇ ਸੇਵਾ ਸੀ। ਸੇਵਾ ਦਾ ਜਿਹੜੀ ਡੈਫੀਨੇਸ਼ਨ ਦਿੱਤੀ ਗਈ ਸੀ ਵੀ ਸੇਵਾ ਸਿੱਖ ਧਰਮ ਦਾ ਇੱਕ ਉੱਘਾ ਅੰਗ ਹੈ। ਇਸ ਨੂੰ ਨਮੂਨੇ ਮਾਤਰ ਸਿਖਾਉਣ ਦੇ ਲਈ ਗੁਰਦੁਆਰਿਆਂ ਵਿੱਚ ਹੀ ਪ੍ਰਬੰਧ ਕੀਤਾ ਹੁੰਦਾ ਹੈ। ਸਧਾਰਨ ਰੂਪ ਵਿੱਚ ਇਸਦੇ ਇਹ ਹਨ, ਗੁਰਦੁਆਰੇ ਦਾ ਝਾੜੂ, ਲੇਪਨ, ਸੰਗਤਾਂ ਦੀ ਪਾਣੀ, ਪੱਖੇ, ਲੰਗਰ ਦੀ ਸੇਵਾ, ਜੋੜੇ ਝਾੜਨਾ ਆਦਿ। ਉਸ ਤੋਂ ਅਗਲਾ ਸਰਲੇਖ ਉਹਦਾ ਗੁਰੂ ਕਾ ਲੰਗਰ ਸੀ। ਉਹਦੇ ਦੋ ਭਾਵ ਦਰਸਾਏ ਗਏ ਸਨ। ਇੱਕ ਤਾਂ ਸੀ ਸਿੱਖਾਂ ਨੂੰ ਸੇਵਾ ਸਿਖਾਉਣਾ ਤੇ ਦੂਜਾ ਊਚ ਨੀਚ ਛੂਤ ਛਾਤ ਦਾ ਭਰਮ ਜਿਹੜਾ ਸੀ ਮਿਟਾਉਣਾ। ਉਹਦੀ ਅੱਗੇ ਵਿਆਖਿਆ ਕਰਦਿਆਂ ਹੋਈ ਜਿਹੜਾ ਐੜਾ ਮੱਤ ਸੀ ਉਹ 'ਚ ਲਿਖਿਆ ਸੀ ਕਿ ਗੁਰੂ ਕੇ ਲੰਗਰ ਵਿੱਚ ਬੈਠ ਕੇ ਊਚ ਨੀਚ ਕਿਸੇ ਜਾਤ ਜਾਂ ਵਰਮ ਦਾ ਪ੍ਰਾਣੀ ਪ੍ਰਸ਼ਾਦ ਛਕ ਸਕਦਾ ਹੈ। ਪੰਗਤ ਵਿੱਚ ਬੈਠਣ ਲੱਗਿਆ ਦੇਸ਼, ਵਰਨ, ਜਾਤ ਜਾਂ ਮਜ਼ਹਬ ਵਰਜਤ ਨਹੀਂ, ਹਾਂ ਇੱਕ ਥਾਲੀ ਵਿੱਚ ਕੇਵਲ ਅੰਮ੍ਰਿਤਧਾਰੀ ਹੀ ਛਕ ਸਕਦੇ ਹਨ। ਇਸ ਤੋਂ ਫਿਰ ਅੱਗੇ ਜਿਹੜੀ ਸੀ ਉਹ ਹੁਣ ਅੱਜ ਦੀ ਵਿਚਾਰ ਸ਼ੁਰੂ ਹੋਵੇਗੀ, ਜਿਹਦਾ ਸਾਡਾ ਦੂਜਾ ਜੀਵਨ ਦਾ ਹਿੱਸਾ ਹੈ ਉਹ ਹੈ ਪੰਥਕ ਰਹਿਣੀ। ਪੰਥਕ ਰਹਿਣੀ ਦੇ 5 ਹਿੱਸੇ ਹਨ। ਸਿੱਖ ਰਹਿਤ ਮਰਿਆਦਾ ਜੋ 2015 ਦਾ ਐਡੀਸ਼ਨ ਛਪਿਆ ਹੋਇਆ, ਉਹਦੇ ਪੰਨਾ ਨੰਬਰ 27 ਤੇ ਪੰਥਕ ਰਹਿਣੀ ਸ਼ੁਰੂ ਹੁੰਦੀ ਹੈ। ਤੇ ਉਹਦੇ ਜਿਹੜੇ 5 ਹਿੱਸੇ ਹਨ। ਪਹਿਲਾ ਹੈ ਗੁਰੂ ਪੰਥ, ਦੂਜਾ ਹੈ ਅੰਮ੍ਰਿਤ ਸੰਸਕਾਰ, ਤੀਜਾ ਹੈ ਤਨਖਾਹ ਲਾਉਣ ਦੀ ਵਿਧੀ, ਚੌਥਾ ਹੈ ਗੁਰਮਤਾ ਕਰਨ ਦੀ ਵਿਧੀ ਤੇ ਪੰਜਵਾਂ ਹੈ ਸਥਾਨਕ ਫੈਸਲਿਆਂ ਦੀ ਅਪੀਲ। ਇਹ ਉਹਦੇ ਜਿਹੜੇ 5 ਹਿੱਸੇ ਹਨ ਜਿਹੜੇ ਪੰਥਕ ਰਹਿਣੀ ਦੇ ਦਰਸਾਏ ਗਏ। ਤੋ ਸਿੱਖ ਰਹਿਤ ਮਰਿਆਦਾ 1936 ਵਾਲੀ ਜਿਹੜੀ ਛਾਪ ਸੀ
ਉਹਦੇ ਵਿੱਚ ਇਹਦੇ ਵਿੱਚ ਕੁਝ ਪੰਥਕ ਰਹਿਣੀ ਦੇ ਜਿਹੜੇ ਹਿੱਸੇ ਸਨ ਉਹਨਾਂ ਦੇ ਨਾਮ ਕੁਝ ਇਸ ਤਰ੍ਹਾਂ ਸਨ। ਗੁਰੂ ਸੰਗਤ ਤੇ ਗੁਰੂ ਪੰਥ, ਜਿਹੜਾ 1936 ਵਿੱਚ ਪਹਿਲੀ ਵਾਰੀ ਜਦੋਂ ਰਹਿਤ ਮਰਿਆਦਾ ਛਪੀ ਤਾਂ ਉਹਦੇ ਵਿੱਚ ਇਹਦਾ ਹਿੱਸਾ ਨਾਮ ਜੋ ਦਿੱਤੇ ਸਨ ਗੁਰੂ ਸੰਗਤ ਤੇ ਗੁਰੂ ਪੰਥ, ਅੰਮ੍ਰਿਤ ਸੰਸਕਾਰ, ਤਨਖਾਹ ਲਾਉਣ ਦੀ ਵਿਧੀ, ਗੁਰਮਤਾ ਕਰਨ ਦੀ ਵਿਧੀ ਤੇ ਸਥਾਨਕ ਫੈਸਲਿਆਂ ਦੀ ਵਿਧੀ। ਸਿਰ ਪਹਿਲਾ ਜਿਹੜਾ ਸਰਲੇਖ ਗੁਰੂ ਪੰਥ ਹੈ ਉਹਦੇ ਵਿੱਚ ਤਬਦੀਲੀ ਕੀਤੀ ਗਈ। 1936 ਵਿੱਚ ਪਹਿਲਾ ਅੰਗ ਗੁਰੂ ਸੰਗਤ ਤੇ ਗੁਰੂ ਪੰਥ ਜਿਹੜਾ ਸੀ ਇਸ ਵਿੱਚ ਤਬਦੀਲੀ ਕਰਕੇ ਹੁਣ ਇਕੱਲਾ ਗੁਰੂ ਪੰਥ ਕਰ ਦਿੱਤਾ ਗਿਆ ਹੈ। ਬਾਕੀ ਦੀਆਂ 4 ਮੱਤਾਂ ਵਿੱਚ ਕੋਈ ਤਬਦੀਲੀ ਜਿਹੜੀ ਹੈ ਉਹ ਨਹੀਂ ਕੀਤੀ ਗਈ। ਸਿੱਖ ਰਹਿਤ ਮਰਿਆਦਾ ਵਿੱਚ ਸਖਸ਼ੀ ਰਹਿਣੀ ਤੋਂ ਬਾਅਦ ਇਹ ਦੂਜਾ ਭਾਗ ਪੰਥਕ ਰਹਿਣੀ ਦਾ ਹੈ। ਸਿੱਖ ਨੇ ਆਪਣੇ ਜੀਵਨ ਦੀ ਘਾਟ ਘੜਨ ਲਈ ਸਖਸ਼ੀ ਰਹਿਣੀ ਤੇ ਪੰਥਕ ਰਹਿਣੀ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ ਹੈ। ਇਹ ਦੋਨੇ ਪੱਖ ਹੀ ਲਾਜ਼ਮੀ ਹਨ, ਦੋਨੇ ਪੱਖ ਜ਼ਰੂਰੀ ਚੀਜ਼ਾਂ ਹਨ। ਸਿੱਖ ਨੇ ਨਿੱਜੀ ਜ਼ਿੰਦਗੀ ਵੀ ਗੁਰੂ ਆਸ਼ਰਮ ਅਨੁਸਾਰ ਬਤੀਤ ਕਰਨੀ ਹੈ ਤੇ ਨਾਲ ਨਾਲ ਉਸਨੇ ਗੁਰੂ ਪੰਥ ਦਾ ਇੱਕ ਹਿੱਸਾ ਬਣ ਕੇ, ਇੱਕ ਅੰਗ ਬਣ ਕੇ ਆਪਣੇ ਸਮਾਜ ਵਿੱਚ ਵਿਚਰਨਾ ਹੈ। ਤੋ ਜਿਹੜੀ ਪਰਿਭਾਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਿਆਦਾ ਵਿੱਚ ਦਿੱਤੀ ਗਈ ਹੈ ਗੁਰੂ ਪੰਥ ਦੀ, ਉਹ ਹੈ ਤਿਆਰ-ਬਾਰ ਤਿਆਰ ਸਿੰਘਾਂ ਦੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ। ਇਸ ਦੀ ਤਿਆਰੀ 10 ਗੁਰੂ ਸਾਹਿਬਾਨ ਨੇ ਕੀਤੀ ਤੇ 10ਵੇਂ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬਣ ਕੇ ਗੁਰਿਆਈ ਬਖਸ਼ੀ। ਇਹ ਪਰਿਭਾਸ਼ਾ ਗੁਰੂ ਪੰਥ ਦੀ ਦਿੱਤੀ ਗਈ ਹੈ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਗੁਰਸਿੱਖ ਨੇ ਆਪਣੇ ਜੀਵਨ ਲਈ ਆਤਮਿਕ ਜੀਵਨ ਜਿਉਣ ਦੀ ਜਾਚ ਸਿੱਖਣੀ ਹੈ, ਆਤਮਿਕ ਜੀਵਨ ਦੀ ਲਾਗ ਲਾਉਣੀ ਹੈ, ਉੱਥੇ ਆਪਣੀ ਕੌਮ ਲਈ, ਸਮਾਜ ਲਈ, ਭਾਈਚਾਰੇ ਲਈ, ਉਹਦੇ ਵਿਕਾਸ ਲਈ, ਉਹਦੀ ਤਰੱਕੀ ਲਈ, ਉਹਦੀ ਉੱਨਤੀ ਦੇ ਲਈ, ਉਹਦੇ ਸਮਾਜਿਕ ਜਾਂ ਰਾਜਸੀ ਦਰਸ਼ਾਂ ਦੇ ਲਈ ਗੁਰੂ ਪੰਥ ਕੋਲੋਂ ਅਗਵਾਈ ਲੈਣੀ ਹੈ। ਇਹ ਜਿਹੜਾ ਪੱਖ ਸਾਡੇ ਕੋਲ ਹੈ। ਸਿੱਖ ਕੇਵਲ ਉਹੀ ਹੋ ਸਕਦਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਤੇ ਪੂਰਨ ਵਿਸ਼ਵਾਸ ਅਤੇ ਭਰੋਸਾ ਰੱਖਦਾ ਹੈ, ਅਕੀਦਤ ਰੱਖਦਾ ਹੈ। ਸਿੱਖ ਕੇਵਲ ਉਹੀ ਹੋ ਸਕਦਾ ਹੈ। ਇਹ ਗੱਲ ਵੀ ਬੜੀ ਸਪਸ਼ਟ ਹੈ ਕਿ ਸਾਨੂੰ ਇਹ ਗੱਲ ਵੀ ਜਿਹੜੀ ਜਾਣ ਲੈਣੀ ਚਾਹੀਦੀ ਹੈ ਕਿ ਗੁਰੂ ਪੰਥ ਦੇ ਨਿਯਮਾਂ ਜਾਂ ਅਨੁਸ਼ਾਸਨ, ਡਿਸਿਪਲਿਨ ਵਿੱਚ ਵਿਸ਼ਵਾਸ ਨਾ ਰੱਖਣ ਵਾਲਾ ਹੋਰ ਜੋ ਮਰਜ਼ੀ ਹੋਵੇ, ਗੁਰਮਤਿ ਅਨੁਸਾਰ ਉਹ ਸਿੱਖ ਕਹਾਉਣ ਦਾ ਹੱਕਦਾਰ ਨਹੀਂ ਹੁੰਦਾ, ਕਿਉਂਕਿ ਗੁਰੂ ਪੰਥ ਦੇ ਫੈਸਲੇ ਹਨ ਜਿਨ੍ਹਾਂ ਦੀ ਅਸੀਂ ਵਿਚਾਰ ਕਰ ਰਹੇ ਹਾਂ। ਇਹ ਗੁਰਮਤਿ ਦਾ ਇੱਕ ਸਰਲੇਖ ਜਿਹੜਾ ਹੈ। ਹੁਣ ਅੱਜ ਝਗੜਾ ਸਾਡੇ ਅੰਦਰ ਇਹ ਬਣ ਗਿਆ ਮੌਜੂਦਾ ਸਮੇਂ ਦੇ ਵਿੱਚ, ਇਹ ਵੀ ਸਿੱਖ ਹੈ, ਗੁਰੂ ਪੰਥ ਹੈ ਕਿਹੜਾ। ਇੱਕ ਬੜੀ ਵੱਡੀ ਪ੍ਰੋਬਲਮ ਜਿਹੜੀ ਹੈ ਸਾਡੇ ਅੱਗੇ ਅੱਜ ਖੜੀ ਹੋ ਗਈ। ਇਹ ਪੰਥਕ ਰਹਿਣੀ ਦੀਆਂ ਅਰੰਭਤਾ ਵਾਲੀਆਂ ਮੱਦਾਂ ਜਿਹੜੀਆਂ ਬੜੀਆਂ ਮਹੱਤਵਪੂਰਨ ਮੱਦਾਂ, ਇਹ ਗੁਰਮਤਿ ਦੇ ਅਤੇ ਪੰਥਕ ਸਿਧਾਂਤਾਂ ਦੀ ਵਿਆਖਿਆ ਕਰਦੀਆਂ ਹਨ। ਇਸ ਵਿੱਚ ਪੰਥ ਤੇ ਗੁਰੂ ਪੰਥ ਦੀ ਵਿਆਖਿਆ, ਸੰਗਤ ਤੇ ਗੁਰੂ ਸੰਗਤ ਦੇ ਅੰਤਰ ਨੂੰ ਵਿਸਤਾਰ ਸਹਿਤ ਜਿਹੜਾ ਹੈ ਉਹ ਬਿਆਨ ਕੀਤਾ ਗਿਆ ਹੈ ਜਾਂ ਬਿਆਨ ਕੀਤਾ ਗਿਆ ਸੀ। ਇੱਕ ਸਿੱਖ ਸੰਗਤ ਦਾ ਹਿੱਸਾ ਕਿਸ ਤਰ੍ਹਾਂ ਬਣ ਸਕਦਾ ਹੈ, ਉਪਰੰਤ ਗੁਰੂ ਸੰਗਤ ਵਿੱਚ ਉਹ ਕਿਸ ਤਰ੍ਹਾਂ ਸ਼ਾਮਲ ਹੋ ਸਕਦਾ ਹੈ, ਅਕਾਲ ਤਖਤ ਦੀ ਤੇ ਅਪੀਲ ਦੀ ਬਜਾਏ ਗੁਰੂ ਸੰਗਤ ਕੀ ਕਰ ਸਕਦੀ ਹੈ, ਇਹ ਸਾਰੇ ਨੁਕਤੇ ਸਪਸ਼ਟ ਕੀਤੇ ਗਏ ਸਨ। ਇਹ ਮੁੱਢਲੇ ਪੰਥਕ ਸਿਧਾਂਤ ਹਨ ਜਿਹੜੇ 1936 ਦੀ ਰਹਿਤ ਮਰਿਆਦਾ ਵਿੱਚ ਦਰਜ ਕੀਤੇ ਗਏ ਸਨ ਪਰ ਬਾਅਦ ਵਿੱਚ ਹਟਾ ਦਿੱਤੇ ਗਏ। ਇੱਥੇ ਕੁਝ ਥੋੜੀ ਬਹੁਤੀ ਇਹ ਚੀਜ਼ਾਂ ਵਿਚਾਰ ਮੰਗਦੀਆਂ ਹਨ ਜਿਹੜੀਆਂ ਬਹੁਤ ਜ਼ਰੂਰੀ ਮੱਦਾਂ ਸਨ, ਉਹ ਕੁਝ ਕਿਉਂ ਹਟੀਆਂ, ਕਿਵੇਂ ਹਟੀਆਂ, ਇਹਦੇ ਬਾਰੇ ਕੋਈ ਬਹੁਤੀ ਡਿਟੇਲ ਸਾਨੂੰ ਨਹੀਂ ਮਿਲਦੀ। ਪਰ ਜੋ ਕੁਝ ਹੈ ਉਹਦੇ ਦੇ ਉੱਤੇ ਹੀ ਅੱਜ ਅਸੀਂ ਵਿਚਾਰ ਜਿਹੜੀ ਹੈ ਉਹ ਕਰ ਸਕਦੇ ਹਾਂ, ਜੋ ਸਾਡੇ ਸਾਹਮਣੇ ਅੱਜ ਮੌਜੂਦ ਹੈ। ਤੋ ਅੱਜ ਦੀ ਜਦੋਂ ਅਸੀਂ ਦੇਖਦੇ ਹਾਂ ਗੁਰੂ ਸੰਗਤ ਤੇ ਗੁਰੂ ਪੰਥ ਦਾ ਫਰਕ ਕੀ ਹੈ ਜਾਂ ਕੀ ਚੀਜ਼ ਹੈ। ਸਿੱਖ ਰਹਿਤ ਮਰਿਆਦਾ ਦੇ ਪੰਥਕ ਰਹਿਣੀ ਦੇ ਇਹ ਭਾਗ ਦੀ ਪਹਿਲੀ ਮੱਦ ਗੁਰੂ ਸੰਗਤ ਤੇ ਗੁਰੂ ਪੰਥ ਵਿੱਚ ਜਦੋਂ ਤਬਦੀਲੀ ਕਰਕੇ ਗੁਰੂ ਸੰਗਤ ਲਫ਼ਜ਼ ਨੂੰ ਕੱਟਿਆ ਗਿਆ, ਇੱਥੇ ਗੁਰੂ ਸੰਗਤ ਦੀ ਥਾਂ ਤੇ ਗੁਰੂ ਪੰਥ ਕੀਤਾ ਗਿਆ। ਇਹ ਤਬਦੀਲੀ ਧਾਰਮਿਕ ਸਲਾਹਕਾਰ ਕਮੇਟੀ ਦੀ 7 ਜਨਵਰੀ 1945 ਨੂੰ 13ਵੀਂ ਮੀਟਿੰਗ ਦੇ ਵਿੱਚ ਮਤਾ ਨੰਬਰ 17 ਰਾਹੀਂ ਕੀਤੀ ਗਈ ਸੀ। ਕਿਉਂ ਹੋਈ, ਕਿਵੇਂ ਹੋਈ, ਇਹਦੇ ਬਾਰੇ ਪੂਰਾ ਵੇਰਵਾ ਜਿਹੜਾ ਹੈ ਨਹੀਂ ਮਿਲਦਾ, ਕਿਉਂਕਿ ਸਿੱਖ ਰਹਿਤ ਮਰਿਆਦਾ ਵਿੱਚ ਸੰਗਤ ਅਤੇ ਗੁਰੂ ਸੰਗਤ ਦੇ ਦੋ ਵੱਖ-ਵੱਖ ਲਫ਼ਜ਼ ਸਨ। ਇਹਨਾਂ ਦੇ ਅਰਥ ਵੀ ਅਲੱਗ-ਅਲੱਗ ਹਨ। ਹਾਲਾਂਕਿ ਪਰਿਭਾਸ਼ਾ ਵਾਲੀ ਇਸ ਮੱਦ ਵਿੱਚ ਗੁਰੂ ਸੰਗਤ ਲਫ਼ਜ਼ ਜਿਹੜਾ ਹੈ ਉਹ ਬੇਸ਼ੱਕ ਹਟਾ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਵੀ ਸਿੱਖ ਰਹਿਤ ਮਰਿਆਦਾ ਵਿੱਚ ਲਫ਼ਜ਼
ਗੁਰੂ ਸੰਗਤ ਪ੍ਰਭਾਵੀ ਰੂਪ ਵਿੱਚ ਅੱਜ ਵੀ ਮੌਜੂਦ ਸਾਨੂੰ ਨਜ਼ਰ ਆਉਂਦਾ ਹੈ। ਜਿਵੇਂ ਸਿੱਖ ਰਹਿਤ ਮਰਿਆਦਾ ਦੇ ਅੰਤਮ ਮੱਧ ਸਥਾਨਕ ਫੈਸਲਿਆਂ ਦੀ ਅਪੀਲ ਵਿੱਚ ਜਿਹੜਾ ਹੈ ਉਹ ਗੁਰੂ ਸੰਗਤ ਲਫ਼ਜ਼ ਲਿਖਿਆ ਹੋਇਆ ਮਿਲੇਗਾ। ਜਿੱਥੇ ਅਸੀਂ ਸਥਾਨਕ ਫੈਸਲਿਆਂ ਦੀ ਅਪੀਲ ਪੜਾਂਗੇ ਉੱਥੇ ਗੁਰੂ ਸੰਗਤ ਦਾ ਲਫ਼ਜ਼ ਜਿਹੜਾ ਹੈ ਉਹ ਲਿਖਿਆ ਹੋਇਆ ਮਿਲੇਗਾ ਵੀ ਸਥਾਨਕ ਫੈਸਲਿਆਂ ਦੀ ਅਪੀਲ ਗੁਰੂ ਸੰਗਤ ਦਾ ਉੱਥੇ ਉਸ ਤਰ੍ਹਾਂ ਉਧਰਾਇਆ ਜਦੋਂ ਉਹ ਮੱਧ ਆਏਗੀ ਆਪਾਂ ਉਹਦੀ ਵਿਚਾਰ ਕਰਾਂਗੇ। ਤਾਂ ਬੇਸ਼ੱਕ ਇੱਥੋਂ ਲਫ਼ਜ਼ ਉਸ ਗੁਰੂ ਸੰਗਤ ਦਾ ਹਟਾ ਵੀ ਦਿੱਤਾ ਗਿਆ ਹੈ, ਪਰ ਇੱਥੇ ਉਹ ਗੁਰੂ ਸੰਗਤ ਦੇ ਲਫ਼ਜ਼ ਦੀ ਜਿਹੜੀ ਹੈ ਉਹ ਵਰਤੋਂ ਕੀਤੀ ਗਈ ਹੈ। ਤੋ ਇੱਥੇ ਬੜੀ ਜਿਹੜੀ ਸਪਸ਼ਟ ਗੱਲ ਹੈ ਵੀ ਜਿਹੜੀ ਸੰਗਤ ਦੀ ਗੱਲ ਕੀਤੀ ਹੈ ਵੀ ਗੁਰੂ ਪੰਥ ਦੀ ਗੱਲ ਕੀਤੀ ਹੈ, ਆਪਾਂ ਪਹਿਲਾਂ ਇਹ ਵਿਚਾਰ ਕਰ ਲਈਏ ਵੀ ਇਸ ਪੰਥ ਹੈ ਕਿਹੜਾ। ਥੋੜਾ ਜਿਹਾ ਇਹ ਵਿਚਾਰ ਜ਼ਰੂਰੀ ਮੰਗਦੀ ਹੈ, ਤਦ ਕਿ ਇਹ ਅਗਲੀ ਵਿਆਖਿਆ ਜੋ ਉੱਤੇ ਲਿਖੀ ਹੋਈ ਕਰਨ ਤੋਂ ਪਹਿਲਾਂ ਅਸੀਂ ਗੁਰੂ ਪੰਥ ਦਾ ਜਿਹੜਾ ਹੈ ਥੋੜੀ ਜਿਹੀ ਕਨਸੈਪਟ ਹੈ ਉਹਨੂੰ ਥੋੜਾ ਜਿਹਾ ਵਿਚਾਰ ਕਰ ਲਈਏ। ਅੱਜ ਹਰ ਇੱਕ ਵਿਅਕਤੀ, ਹਰ ਇੱਕ ਜਥੇਬੰਦੀ, ਹਰ ਇੱਕ ਉਹ ਅਨਾੜੀ ਜਿਹਨੂੰ ਕਹਿ ਲਵਾਂ ਮੈਂ ਵੀ ਜੇ ਕੋ ਦੋ ਗੰਢੀਆਂ ਕਿਤੇ ਹੱਥ ਲੱਗ ਗਈਆਂ ਤਾਂ ਆਪਣੇ ਆਪ ਨੂੰ ਖਾਨਦਾਨੀ ਪੰਸਾਰੀ ਕਹਾ ਰਿਹਾ। ਜਿਵੇਂ ਖਾਨਦਾਨੀ ਪੰਸਾਰੀ ਦੇ ਬੋਰਡ ਲੱਗੇ ਹੁੰਦੇ ਨਾ ਸੜਕਾਂ ਦੇ ਉੱਤੇ, ਖਾਨਦਾਨੀ ਵੈਦ, ਖਾਨਦਾਨੀ ਹਕੀਮ, ਖਾਨਦਾਨੀ ਡਾਕਟਰ, ਆਮ ਸੜਕਾਂ ਤੇ ਬੋਰਡ ਲੱਗੇ ਹੁੰਦੇ ਨੇ ਖਾਨਦਾਨੀ ਦੇ ਲਫ਼ਜ਼ ਦੇ ਹੁੰਦੇ ਆ। ਏਦਾਂ ਹੀ ਅੱਜ ਹਰ ਜਥੇਬੰਦੀ ਜਦੋਂ ਦੋ ਅੱਖਰ ਆ ਜਾਂਦੇ ਆ ਉਹ ਆਪਣੇ ਆਪ ਨੂੰ ਬਿਲਕੁਲ ਉਸੇ ਤਰ੍ਹਾਂ ਹੀ ਕੁਝ ਕੁ ਗੁਰਬਾਣੀ ਦੀ ਟੇਕ ਲੈ ਕੇ ਜਾਂ ਗੁਰਬਾਣੀ ਦਾ ਆਸਰਾ ਲੈ ਕੇ ਆਪਣੇ ਪ੍ਰੋਪੇਗੰਡੇ ਦੇ ਨਾਲ, ਐਡਵਰਟਾਈਜ਼ਮੈਂਟ ਦੇ ਨਾਲ ਜਾਂ ਡੰਡੇ ਦੇ ਜ਼ੋਰ ਦੇ ਨਾਲ, ਅਸੀਂ ਇਹ ਲਫ਼ਜ਼ ਕਹਿ ਲਈਏ ਵੀ ਡੰਡੇ ਦੇ ਜ਼ੋਰ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਨਿਆਰੇ ਪੰਥ ਜਿਹੜੇ ਅੱਜ ਹੋਂਦ ਵਿੱਚ ਆ ਰਹੇ ਹਨ। ਕੋਈ ਪੰਥ ਕਿਸ ਤਰ੍ਹਾਂ ਦਾ, ਕੋਈ ਪੰਥ ਕਿਸ ਤਰ੍ਹਾਂ ਦਾ, ਕੋਈ ਪੰਥ ਕਿਸ ਤਰ੍ਹਾਂ ਦਾ। ਕਈਆਂ ਦਾ ਤੁਸੀਂ ਦੇਖਦੇ ਹੋਵੋਗੇ ਅੱਜ ਇਸ਼ਤਿਹਾਰ ਲੱਗੇ ਮਿਲਦੇ ਆ, ਪੰਥ ਦਾ ਹੀ ਪਤਾ ਨਹੀਂ ਲੱਗਦਾ ਵੀ ਪੰਥ ਕਿੰਨੇ ਪ੍ਰਕਾਰ ਦੇ ਸਾਡੇ ਸਾਹਮਣੇ ਆ ਜਾਂਦੇ ਆ। ਐਸੀ ਹਨੇਰਗਰਦੀ ਜੀ ਮਚੀ ਹੋਈ ਹੈ ਕਿ ਕੋਈ ਨਾ ਕਿਸੇ ਵਰਜਈ ਸੋਈ ਕਰੇ ਜੋਈ ਮਨ ਭਾਵੇ ਵਾਲੀ ਅਵਸਥਾ ਸਾਡੀ ਅੱਜ ਬਣੀ ਹੋਈ ਹੈ। ਕੋਈ ਕਿਸੇ ਨੂੰ ਰੋਕਦਾ ਨਹੀਂ, ਕੋਈ ਕਿਸੇ ਦੇ ਰੋਕ ਟੋਕ ਨਹੀਂ, ਜੋ ਕਿਸ ਦੇ ਮੂੰਹ ਚ ਆਉਂਦਾ ਬੋਲ ਦਿੰਦਾ, ਜੋ ਕੌਮ ਦੇ ਬਾਰੇ ਗਲਤ ਬੋਲਣਾ ਨੇ ਬੋਲ ਦੇਣਾ, ਕਿਸੇ ਨੂੰ ਕੋਈ ਹੈ ਹੀ ਨਹੀਂ ਕਿ ਉਹਦੀ ਕੋਈ ਸੁਧਾਰ ਨਹੀਂ ਹੁੰਦੀ। ਹਰ ਬੰਦਾ ਜਿਹੜਾ ਪ੍ਰਗਟ ਹੁੰਦਾ ਉਹ ਆਪਣੇ ਆਪ ਨੂੰ ਇਹ ਕਹਿ ਲਈਏ ਵੀ ਸੰਤ ਸਾਧ ਕਈ ਤਰ੍ਹਾਂ ਦੇ ਰੋਜ਼ ਹੀ ਪ੍ਰਗਟ ਸਾਡੇ ਇੱਥੇ ਹੁੰਦੇ ਰਹਿੰਦੇ ਹਨ। ਹਰ ਬੰਦਾ ਆਪਣੇ ਆਪ ਨੂੰ ਪੰਥੀ ਕਹਾਉਂਦਾ, ਆਪਣੇ ਨੂੰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਵਾਲਾ ਕਹਿ ਕੇ ਦੁਨੀਆ ਨੂੰ ਭੁਲੇਖਾ ਪਾਈ ਜਾਂਦਾ ਵੀ ਅਸੀਂ ਗੁਰੂ ਨਾਨਕ ਦੇਵ ਦੇ ਅੰਸ਼ ਚੋਂ ਆ, ਵੰਸ਼ ਚੋਂ ਆ, ਕੋਈ ਸੋਢੀਆਂ ਦੀ ਵੰਸ਼ ਚੋਂ ਆ, ਕੋਈ ਬੇਦੀਆਂ ਦੀ ਕੁੱਲ ਚੋਂ ਆ, ਕੋਈ ਭੱਲਿਆਂ ਦੀ ਕੁੱਲ ਵਿੱਚੋਂ ਆ। ਇਹ ਬਸ ਇਹ ਭੁਲੇਖਾ ਅੱਜ ਸਾਡੇ ਅੰਦਰ ਪਾ ਕੇ ਡੇਰੇਦਾਰ ਆਪਣੀਆਂ ਗੱਡੀਆਂ ਜਿਹੜੀਆਂ ਹਨ, ਗੱਡੀਆਂ ਜਿਹੜੀਆਂ ਚਲਾਈ ਜਾਂਦੇ ਹਨ। ਪਰ ਗੁਰਬਾਣੀ ਦੇ ਜਾਂ ਪ੍ਰਾਤਨ ਬਜ਼ੁਰਗਾਂ ਦੁਆਰਾ ਜਿਹੜੇ ਪਾਏ ਗਏ ਪੂਰਨੇ ਹਨ ਉਹ ਇਹਨਾਂ ਦੇ ਜੀਵਨ ਵਿੱਚ ਕਿਤੇ ਦੂਰੋਂ ਵੀ ਨਜ਼ਰ ਨਹੀਂ ਆਉਂਦੇ, ਨਾ ਹੀ ਦੇਖਣ ਨੂੰ ਮਿਲਦੇ। ਜਾਂ ਇਹ ਕਹਿ ਲਈਏ ਕਿ ਸੈਲਫ ਮੇਡ ਪੰਥ ਦੇ ਇਹ ਠੇਕੇਦਾਰ ਜਿਹੜੇ ਹਨ ਇਹ ਅਸਲ ਵਿੱਚ ਪੰਥ ਨੂੰ ਬੜਾ ਵੱਡਾ ਨੁਕਸਾਨ ਪਹੁੰਚਾ ਰਹੇ ਹਨ, ਪੰਥ ਨਾਲ ਧਰੋਹ ਕਮਾ ਰਹੇ ਹਨ। ਪੰਥ ਨੂੰ ਖੇਰੂ ਕਰਨ ਕਰਕੇ ਇਹਨਾਂ ਨੇ ਵੰਡਿਆ ਹੋਇਆ ਹੈ ਤੇ ਇਹਨਾਂ ਨੇ ਜਿਹੜੀ ਨਵੀਂ ਪੀੜ੍ਹੀ ਸਾਡੀ ਹੈ, ਆਉਣ ਵਾਲਾ ਭਵਿੱਖ ਹੈ, ਉਹਨੂੰ ਅੱਜ ਗੁੰਝਲਦਾਰ ਜਿਹਾ ਬਣਾ ਕੇ ਰੱਖ ਦਿੱਤਾ। ਉਹਨਾਂ ਵਿਚਾਰਿਆਂ ਨੂੰ ਸਮਝ ਹੀ ਨਹੀਂ ਆਉਂਦੀ। ਇਸੇ ਕਰਕੇ ਹੀ ਅੱਜ ਸਾਡੇ ਵਿੱਚੋਂ ਦੇਖਣ ਨੂੰ ਆਉਂਦਾ ਹੈ ਕਿ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਹਨ ਉਹ ਇਹਨਾਂ ਚੀਜ਼ਾਂ ਤੋਂ ਮੁਨੱਕਰ ਵੀ ਹੋਈ ਜਾਂਦੇ ਹਨ। ਦਾੜੀ ਕੇਸਾਂ ਦੀ ਬੇਦਬੀ ਕਰਾ ਲੈਣੀ, ਨਸ਼ਿਆਂ ਦੀ ਵਰਤੋਂ ਕਰ ਲੈਣੀ, ਸਿੱਖ ਚਰਨ ਤੇ ਜਿਹਨਾਂ ਦੇ ਸਾਨੂੰ ਸਿੱਖ ਕਰੈਕਟਰ ਤੇ ਜਿੱਥੇ ਮਾਣ ਹੁੰਦਾ ਸੀ, ਅੱਜ ਉਹ ਕਰੈਕਟਰ ਵੀ ਸਾਡੇ ਅੰਦਰ ਨਹੀਂ ਰਿਹਾ, ਕੁਛ ਏਦਾਂ ਲੁਕਦਾ ਡੁੱਬਦਾ ਜਾਂਦਾ। ਅਸਲ 'ਚ ਕਮਜ਼ੋਰੀ ਜਿਹੜੀ ਹੈ ਇਹ ਇੱਥੋਂ ਹੀ ਸ਼ੁਰੂ ਹੁੰਦੀ ਹੈ, ਜਿਹਦਾ ਹਾਲਾਤ ਮੈਂ ਪਹਿਲਾਂ ਬਿਆਨ ਕੀਤੇ। ਪਰ ਸਾਰਾ ਕੁਝ ਅੱਖਾਂ ਦੇ ਸਾਹਮਣੇ ਦੇਖਦਿਆਂ ਹੋਇਆ ਵੀ ਜਿੰਨੇ ਬੰਦੇ ਨਾਲ, ਜਿੰਨੇ ਸਿੱਖ ਹੈ, ਜਿੰਨੇ ਡੇਰੇਦਾਰ ਹਨ ਜਾਂ ਜਿੰਨੇ ਇਹ ਹੋਰ ਵਿਅਕਤੀਆਂ ਨੇ ਆਪਣੇ ਪੰਥ ਨੂੰ ਚਲਾਉਣ ਦੀ ਬਸ ਇਹਨਾਂ ਨੂੰ ਦੌੜ ਲੱਗੀ। ਕੌਮ ਦਾ ਕਿਸੇ ਨੂੰ ਕੁਛ ਨਹੀਂ, ਕੌਮ ਦਾ ਕੀ ਬਣੇਗਾ, ਕੌਮ ਦੇ ਇਹਨਾਂ ਦੀ ਕੋਈ ਕੌਮ ਦੀ ਸੋਚਣ ਬਾਰੇ ਕੋਈ ਹੈ ਹੀ ਨਹੀਂ। ਬਸ ਆਪਣੇ ਪਖੰਡ ਰਾਹੀਂ ਹੀ ਆਪਣੀ ਦੁਕਾਨਦਾਰੀ ਜਿਹੜੀ ਆ ਉਹ ਚਲਾਈ ਜਾ ਰਹੀ। ਹਰ ਕੋਈ ਆਪਣੇ ਪੰਥ ਦਾ ਆਗੂ ਹੋਣ ਦਾ ਦਾਅਵਾ ਕਰ ਰਿਹਾ। ਅਕਾਲ ਤਖ਼ਤ ਸਾਹਿਬ ਦੇ ਜੋ ਜਿੱਥੇ ਸਿਰਮੌਰ ਜਥੇਬੰਦੀ ਸੀ, ਅੱਜ ਉਹਦੀ ਮਹਾਨਤਾ ਨੂੰ ਸੱਟ ਵੱਜ ਰਹੀ ਹੈ। ਅੱਜ ਉਹਦੀ ਗੱਲ ਕੋਈ ਮੰਨਣ ਨੂੰ ਤਿਆਰ ਨਹੀਂ, ਸੁਣਨ ਨੂੰ ਤਿਆਰ ਨਹੀਂ। ਕਾਰਨ ਕੀ ਹੈ? ਸਪਸ਼ਟ ਕਾਰਨ ਇਹ ਹੈ
ਕਿ ਸਾਡੇ ਅੰਦਰੋਂ ਸਿੱਖੀ ਸਿਧਾਂਤ ਦੀ ਜਿਹੜਾ ਹੈ ਅਲੋਪ ਜਿਹਾ ਹੁੰਦਾ ਜਾ ਰਿਹਾ। ਹਰ ਬੰਦਾ ਪੰਥ ਦਾ ਆਗੂ ਹੋਣ ਦਾ ਵੀ ਦਾਅਵਾ ਕਰਦਾ, ਜਿਹੜਾ ਉਹਦਾ ਪੰਥ ਦਾ ਆਗੂ ਬਣ ਜਾਂਦਾ। ਜਿੰਨੀ ਗਿਰਾਵਟ ਕੌਮ ਨੂੰ ਲਿਆਉਣ ਲਈ ਫਿਰ ਸ਼ਹੀਦਾਂ ਦੇ ਨਾਮ ਦੀ ਵਰਤੋਂ ਕੀ ਜਾਂਦੀ ਹੈ। ਸਾਡੀ ਜਥੇਬੰਦੀ ਸ਼ਹੀਦਾਂ ਦੀ ਹੈ, ਫਲਾਣੇ ਸ਼ਹੀਦ ਤੋਂ ਸਾਡੀ ਜਥੇਬੰਦੀ ਚੱਲੀ ਸੀ, ਸਾਡੇ ਜਥੇਬੰਦੀ ਦੇ ਫਲਾਣੇ ਸ਼ਹੀਦ ਦੇ ਜਿਹੜੇ ਮੋਢੀ ਸਨ। ਉਹ ਇੱਥੋਂ ਤੱਕ ਕਿ ਆਪਣੇ ਜਥੇਬੰਦੀ ਦਾ ਨਾਮ ਚਮਕਾਉਣ ਦੇ ਲਈ ਉਹ ਸ਼ਹੀਦਾਂ ਦੇ ਨਾਮ ਵਰਤੋਂ ਤੋਂ ਵੀ ਸੰਕੋਚ ਨਹੀਂ ਕੀਤਾ ਜਾਂਦਾ, ਜਿਨ੍ਹਾਂ ਨੇ ਬੇਅੰਤ ਕੁਰਬਾਨੀਆਂ ਕਰਕੇ ਸਿੱਖੀ ਦੇ ਇਸ ਬੂਟੇ ਨੂੰ ਹਰਾ ਭਰਾ ਕੀਤਾ ਸੀ। ਇੱਕ ਦੂਜੇ ਲਫ਼ਜ਼ਾਂ 'ਚ ਕਹਿ ਲਈਏ, ਦੁਸ਼ਮਣਾਂ ਤੇ ਕਈ ਗਿਲਾਈ, ਪਾਤਸ਼ਾਹ ਦੇ ਪਾਤਸ਼ਾਹ ਵੇਚ ਦਿੱਤਿਆਂ ਤੇਰਿਆਂ ਸਰਦਾਰਾਂ ਖੁਦ ਸਰਦਾਰੀਆਂ, ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ ਇਹ ਸੇਵਕਾਂ ਦੀ ਕੌਮ ਅੱਜ ਮੰਗਦੀ ਹੈ ਜਥੇਦਾਰੀਆਂ। ਕਿਹੜਾ ਸਿੱਖਾਂ ਦਾ ਚੇਲਾ ਸੀ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਦੀ ਅਣਖ ਨਹੀਂ, ਇੱਜ਼ਤ ਨਹੀਂ, ਜ਼ਮੀਰ ਨਹੀਂ, ਤੂੰ ਜਿਨ੍ਹਾਂ ਤੋਂ ਸਦਕੇ ਕਰ ਗਿਓ ਲਖਤੇ ਜਿਗਰ, ਅੱਜ ਉਹਨਾਂ ਦੇ ਜਿਗਰ ਵਿੱਚ ਹੀ ਤੇਰੀ ਤਸਵੀਰ ਲੱਗੀ। ਵਾਹ ਵਾਹ ਸਦਕੇ ਜਾਵਾਂ ਇਹਨਾਂ ਜਵਾਨਾਂ ਦੇ ਸਿਦਕ ਤੋਂ, ਦਾੜੀਆਂ ਜਿਨ੍ਹਾਂ ਨੇ ਸੰਗ ਕੈਂਚੀਆਂ ਸਵਾਰੀਆਂ, ਪਰ ਇਹਨਾਂ ਤੇ ਵੀ ਮੇਰਾ ਰੋਸ ਨਹੀਂ ਹੋਏ ਦਾਤਿਆ, ਆਗੂਆਂ ਦੇ ਪੇਟ ਤੋਂ ਵਿਕ ਗਈਆਂ ਖੁਦਾਰੀਆਂ, ਜੇ ਬਖਸ਼ ਸਕੇ ਤਾਂ ਬਖਸ਼ ਦੇ ਮੇਰੇ ਪ੍ਰੀਤਮਾ, ਤੇਰੇ ਪੁੱਤਰਾਂ ਤੇਰੇ ਨਾਲ ਕੀਤੀਆਂ ਗਦਾਰੀਆਂ, ਉਹ ਦੁਸ਼ਮਣਾਂ ਤੇ ਕੀ ਗਿਲਾਈ, ਪਾਤਸ਼ਾਹਾਂ ਦੇ ਪਾਤਸ਼ਾਹ ਵੇਚ ਦਿੱਤੀਆਂ ਤੇਰੇ ਸਰਦਾਰਾਂ ਖੁਦ ਸਰਦਾਰੀਆਂ। ਇਹ ਕਵੀ ਦੀਆਂ ਪ੍ਰੀਤਮ ਸਿੰਘ ਕਾਸਤ ਦੀਆਂ ਸਤਰਾਂ, ਜੋ ਬਹੁਤ ਲੰਬੀ ਕਵਿਤਾ ਹੈ, ਇਸ ਤਰ੍ਹਾਂ ਸਾਹਮਣੇ ਆ ਜਾਂਦੀਆਂ ਹਨ ਜਦੋਂ ਇਹੋ ਜਿਹੇ ਹਾਲਾਤ ਅਸੀਂ ਕੌਮ ਦੀ ਦੇਖਦੇ ਹਾਂ ਵੀ ਆਪਣੇ ਸ਼ਹੀਦਾਂ ਦਾ, ਗੁਰੂ ਪੰਥ ਦਾ ਨਾਮ ਵਰਤ ਕੇ, ਸ਼ਹੀਦਾਂ ਦਾ ਉਹ ਸ਼ਹੀਦ ਜਿਨ੍ਹਾਂ ਨੇ ਕੌਮ ਦੀ ਖਾਤਰ ਕੁਰਬਾਨੀਆਂ ਦਿੱਤੀਆਂ, ਆਪਣੀ ਜਾਨਾਂ ਨੂੰ ਵਾਰ ਦਿੱਤਾ, ਉਹਨਾਂ ਦਾ ਨਾਮ ਵਰਤ ਕੇ ਉਹਨਾਂ ਆਪਣੇ ਜਥੇਬੰਦੀਆਂ ਦੇ ਨਾਮ ਚਮਕਾਉਣ ਦੇ ਉੱਤੇ ਜਿਹੜੀ ਹੈ ਉਹ ਗੱਲਬਾਤ ਚੱਲਦੀ ਹੈ। ਤੇ ਅਸੀਂ ਦੂਜੇ ਪਾਸਾ ਦੇਖਦੇ ਹਾਂ ਵੀ ਝੋਲੀ ਚੁੱਕੀ ਤਾਂ ਨਹੀਂ ਤਾਂ ਅੱਜ ਹੱਦ ਹੀ ਮੁੱਕ ਗਈ। ਜਿਵੇਂ ਦੁਆਰੇ ਦੁਆਰ ਸਵਾਨ ਜੋ ਡੋਲਤ ਨੈਸੋਤ ਰਾਮ ਭਜਨ ਕੀ ਵਾਲੀ ਗੱਲ ਹੈ, ਉਹ ਹਾਲਤ ਸਾਡੀ ਬਣੀ। ਦਰ ਦਰ ਤੇ ਜਿਵੇਂ ਕੁੱਤਾ ਭਟਕਦਾ ਹੈ, ਸਾਡੇ ਆਗੂ ਇਹ ਰਾਜਗੱਦੀਆਂ ਦੀ ਖਾਤਰ ਜਾਂ ਦੂਜੇ ਖਾਤਰ ਇਉਂ ਭਟਕਦੇ ਫਿਰਦੇ। ਕਦੀ ਕਿਹਦੇ ਦਰ ਤੇ ਉਹਨਾਂ ਲੋਕਾਂ ਕੋਲ ਭੀਖ ਮੰਗਣ ਜਾਂਦੇ ਨੇ ਜਿਹੜੇ ਸਿੱਖੀ ਨੂੰ ਖਤਮ ਕਰਦੇ ਉਹਦੇ ਤੁੱਲੇ ਹੋਏ ਹਨ। ਅੱਜ ਜੋ ਸਾਡਾ ਸਥਾਨ ਬਣਿਆ ਹੋਇਆ ਸਾਡੇ ਸਾਹਮਣੇ ਹੈ, ਭੀਖ ਉਹਨਾਂ ਦੇ ਕੋਲ ਜਾ ਕੇ ਮੰਗੀ ਜਾ ਰਹੀ ਹੈ, ਜਿਨ੍ਹਾਂ ਨੇ ਸਿੱਖੀ ਦੀ ਇਸ ਸ਼ਾਖਾ ਨੂੰ, ਸਿੱਖੀ ਦੇ ਇਸ ਬੂਟੇ ਨੂੰ ਜੜ੍ਹਾਂ ਤੋਂ ਵੱਢਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਹਨ 100 ਸਾਲ ਤੋਂ ਚੱਲੀਆਂ ਹੋਈਆਂ। ਜਦੋਂ ਦੀਆਂ ਜਥੇਬੰਦੀਆਂ ਹੋਣ ਚਾਹੀਆਂ, ਉਹਦਾ ਇੱਕੋ ਨਿਸ਼ਾਨਾ ਹੈ ਕਿ ਸਿੱਖੀ ਦੇ ਇਸ ਹਰੇ ਭਰੇ ਬੂਟੇ ਨੂੰ, ਹਰੇ ਭਰੇ ਦਰਖਤ ਨੂੰ ਖਤਮ ਕਿਵੇਂ ਕਰਨਾ। ਹੁਣ ਤਾਂ ਖਤਮ ਉਤਲੋਂ ਛੰਗ, ਪਹਿਲਾਂ ਛਾਂਗਣ ਤੋਂ ਗੱਲ ਸ਼ੁਰੂ ਹੋਈ ਸੀ, ਹੁਣ ਤਾਂ ਜੜ੍ਹਾਂ ਵੱਢਣ ਤੱਕ ਪਹੁੰਚ ਗਈ ਕਿ ਕਿਵੇਂ ਦੇ ਦਰਖਤ ਦੀਆਂ ਜੜ੍ਹਾਂ ਜਿਹੜੀਆਂ ਹਨ ਕੱਟੀਆਂ ਜਾਣਗੀਆਂ। ਤੇ ਪੰਥ ਦੇ ਆਗੂ ਜਥੇਦਾਰ ਬਣੇ ਹੋਏ, ਅਖਵਾਉਣ ਵਾਲੇ, ਦੂਜਿਆਂ ਦੇ ਪੈਰਾਂ, ਪੰਥ ਨੂੰ ਦੂਜਿਆਂ ਦੇ ਪੈਰਾਂ ਹੇਠ ਰੋਲਣ ਲਈ ਅੱਜ ਸਾਰਾ ਯਤਨ ਉਹਨਾਂ ਦਾ ਇਹੋ ਹੀ ਹੈ ਕਿ ਅੱਜ ਆਪਣੀਆਂ ਪੱਗਾਂ ਨੂੰ ਇਹ ਕਹਿ ਲਈਏ ਕਿ ਉਹਨਾਂ ਦੇ ਪੈਰਾਂ ਹੇਠ ਰੋਲ ਰਹੇ ਹਨ, ਜਿਨ੍ਹਾਂ ਦੇ ਸਿਰਾਂ ਤੇ ਅਸੀਂ ਪੱਗਾਂ ਨੂੰ ਬਣਾਉਂਦੇ ਰਹੇ ਹਾਂ। ਅੱਜ ਸਾਡੀ ਕੌਮ ਦੀ ਕੁਛ ਹਾਲਤ ਇਹੋ ਜਿਹੀ ਹੈ। ਦੂਜੇ ਪਾਸੇ ਅਸੀਂ ਇਸ ਤਰ੍ਹਾਂ ਵੀ ਗੱਲ ਕਰ ਸਕਦੇ ਹਾਂ ਕਿ ਇਹਨਾਂ ਆਗੂਆਂ ਦਾ ਉੱਕਾ ਹੀ ਖਿਆਲ ਨਹੀਂ ਕਿ ਅਸੀਂ ਕੌਮ ਦੇ ਨਿਆਰੇਪਨ ਨੂੰ ਕਿਵੇਂ ਕਾਇਮ ਰੱਖਣਾ ਹੈ, ਪੰਥ ਦੇ ਅਸੂਲਾਂ ਨੂੰ ਕਿਵੇਂ ਚਲਾਉਣਾ ਹੈ। ਬਸ ਜਾਂ ਕਹਿ ਰਹਾ ਮੈਂ, ਜਿਵੇਂ ਜੰਗਲ ਨੂੰ ਅੱਗ ਲੱਗ ਜਾਏ ਤਾਂ ਕੋਈ ਦਾਵਾ ਅਗਨ ਬਹੁਤ ਤਰਿਨ ਜਾਲੇ, ਕੋਈ ਹਰਿਓ ਬੂਟ ਰਹੋਈ ਵਾਲੀ ਅਵਸਥਾ ਜੀ ਅੱਜ ਬਣੀ ਹੋਈ ਹੈ। ਕੋਈ ਵਿਰਲਾ ਵਿਰਲਾ ਹੀ ਕੋਈ ਹਰਿਆ ਜਿਹਾ ਭਰਾ ਦਰਖਤ ਲੱਭਦਾ ਜਿਹੜਾ ਇਸ ਜੰਗਲ ਦੀ ਅੱਗ ਚੋਂ ਅੱਜ ਬਚਿਆ ਹੋਇਆ। ਮੈਂ ਗੁਰੂ ਪੰਥ ਦੀ ਗੱਲ ਇਸ ਕਰਕੇ ਕਰਦੀ ਹਾਂ ਕਿ ਅੱਜ ਹੈਡਿੰਗ ਆ ਗਿਆ ਜਿਹੜਾ ਮੈਨੂੰ ਸ਼ਾਇਦ ਥੋੜਾ ਜਿਹਾ ਹਟ ਕੇ ਵੀ ਰਹਿਤ ਮਰਿਆਦਾ ਤਾਂ ਹੋਏਗਾ, ਪਰ ਇਹ ਗੱਲ ਕਰਨੀ ਬੜੀ ਜ਼ਰੂਰੀ ਹੈ ਕਿ ਅੱਜ ਗੁਰੂ ਪੰਥ ਦੀ ਹਾਲਤ ਸਾਡੀ ਕੀ ਹੈ। ਅਸੀਂ ਤਾਂ ਸਿਰਫ ਇੰਨੀ ਕੁ ਬੇਨਤੀ ਕਰਦੇ ਹਾਂ, ਅਸੀਂ ਇਸ ਕਲਾਸ ਰਾਹੀਂ ਵੀ ਬੇਨਤੀ ਕਰਦੇ ਹਾਂ ਭਲੇ ਉਹ ਆਪਣੀ ਨਿੱਜੀ ਮਤਭੇਦ, ਇਹ ਨਿਗੁਣੀਆਂ ਦੀਆਂ ਚੌਧਰਾਂ, ਇਹਨਾਂ ਦੇ ਝਗੜਿਆਂ ਨੂੰ ਪਾਸੇ ਕਰ ਦਿਓ ਤੇ ਗੁਰੂ ਪੰਥ ਦੀ ਸਥਾਪਨਾ ਨੂੰ ਡਟ ਜਾਓ, ਜਿਹੜਾ ਗੁਰੂ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਗਟ ਕੀਤਾ ਸੀ। ਉਹ ਪੰਥ ਜਿਹਦੇ ਅੱਗੇ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿੱਚ 3 ਵਾਰੀ ਸਿਰ ਝੁਕਾਇਆ, ਔਰ ਇੱਕ ਵਾਰੀ ਉਦੋਂ ਜਦੋਂ ਖੰਡੇ ਬਾਟੇ ਦੀ ਪੋਲ ਤਿਆਰ ਹੋਈ, ਪੰਜਾਂ ਦੇ ਪਾਸ ਆਪ ਅੰਮ੍ਰਿਤ ਲਈ, ਆਪ ਉਦਾਤ ਮੰਗਣ ਲਈ ਸਿਰ ਝੁਕਾਇਆ। ਦੂਸਰੀ ਵਾਰੀ ਚਮਕੌਰ ਦੀ ਗੜੀ ਦੇ ਅੰਦਰ 40 ਸਿੰਘਾਂ ਦੇ ਹੁਕਮ ਅੱਗੇ ਗੁਰੂ ਪਾਤਸ਼ਾਹ ਖਾਲਸੇ ਦੇ ਅੱਗੇ ਗੁਰੂ ਪਾਤਸ਼ਾਹ ਨੇ ਸਿਰ ਝੁਕਾਇਆ। ਤੇ ਤੀਜੀ ਵਾਰੀ ਜਦੋਂ ਸਤਿਗੁਰੂ ਨੇ ਗੁਰਗੱਦੀ ਦੀ ਬਖਸ਼ਿਸ਼ ਕੀਤੀ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ, ਉਦੋਂ ਫਿਰ ਗੁਰੂ ਗ੍ਰੰਥ ਤੇ ਗੁਰੂ ਪੰਥ ਅੱਗੇ ਆਪਣਾ ਸਿਰ ਝੁਕਾਇਆ। ਇਹ ਉਹ ਪੰਥ ਹੈ ਜਿਹਦੇ ਅੱਗੇ ਗੁਰੂ ਨੇ ਵੀ 3 ਵਾਰੀ ਆਪਣੇ ਜੀਵਨ ਕਾਲ ਵਿੱਚ ਇਹ ਸਿਰ ਝੁਕਾ ਕੇ ਗੱਲ ਦੱਸ ਦਿੱਤੀ ਸੀ ਕਿ ਇਹ ਪੰਥ ਜਿਹੜਾ ਹੈ ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ। ਇਸ ਗੁਰੂ ਪੰਥ ਦੇ ਲਈ
ਕਿ ਮੈਂ ਇਹ ਬੇਨਤੀ ਕਰਦਾ ਵੀ ਗੁਰੂ ਸਾਹਿਬ ਨੇ ਕੇਵਲ ਇੱਕੋ ਹੀ ਪੰਥ ਬਣਾਇਆ ਸੀ ਤੇ ਪੰਥ ਹੋਣਾ ਵੀ ਇੱਕੋ ਹੀ ਚਾਹੀਦਾ, ਪੰਥ ਦੋ ਨਹੀਂ ਹੁੰਦੇ। ਅੱਗੇ ਹੀ ਗਿਣਤੀ ਦੇ ਪੱਖ ਤੋਂ ਅਸੀਂ ਬਹੁਤ ਘੱਟ ਹਾਂ। ਜੇ ਸਾਡੀ ਗਿਣਤੀ ਕਰੀਏ ਤੇ ਭਾਰਤ ਦੇ ਵਿੱਚ ਵੀ ਸਾਡੀ ਗਿਣਤੀ ਜਿਹੜੀ 2% ਦੇ ਕਰੀਬ ਵੀ ਜਿਹੜੀ ਹੈ ਉਹ ਨਹੀਂ ਬਣਦੀ, ਤੇ ਉੱਤੋਂ ਸਾਡੇ ਗਿਣਤੀ ਦੇ ਪੱਖੋਂ ਘੱਟ ਹੋਣ ਫਿਰ ਇਲਾਕਿਆਂ ਦੀ ਵੰਡ, ਬਰਾਦਰੀਆਂ ਦੀ ਵੰਡ, ਜਾਤਾਂ ਦੇ ਪੇਂਡੂ ਤੇ ਸ਼ਹਿਰੀਆਂ ਦੀ ਵੰਡ, ਜੱਟ ਦੇ ਭਾਪਿਆਂ ਦੀ ਵੰਡ, ਇਹ ਸਾਰਾ ਕੁਝ ਸਾਡੇ ਤਕਰੀਬਨ ਸਾਡੇ ਇਸ ਗੁਰੂ ਪੰਥ ਦੀਆਂ ਬੀੜੀ ਨੂੰ ਕਮਜ਼ੋਰ ਕਰਨ ਦੇ ਉੱਤੇ ਹੀ ਸਾਰਾ ਜ਼ੋਰ ਲੱਗਣਾ ਹੈ। ਪਰ ਯਾਦ ਰੱਖਣਾ ਚਾਹੇਗਾ ਕਿ ਸਾਡੀ ਇਹ ਅਣਗਹਿਲੀ ਸਾਡੇ ਸ਼ਹੀਦਾਂ ਦੇ ਖੂਨ ਦੇ ਉੱਤੇ ਪਾਣੀ ਫੇਰ ਦਿੰਦੀ। ਮੈਂ ਅੱਜ ਇਸ ਕਲਾਸ ਵਿੱਚੋਂ ਵੀ ਤਰਲਾ ਕਰ ਰਿਹਾ ਹਾਂ, ਜਿਹੜੇ ਸਰੋਤੇ ਹਨ ਉਹਨਾਂ ਅੱਗੇ ਵੀ ਤਰਲਾ ਕਰ ਰਿਹਾ ਹਾਂ, ਕੋਈ ਐਸਾ ਬੰਧ ਨੂੰ ਬਣੀਏ ਜਿਹਦੇ ਨਾਲ ਗੁਰੂ ਪੰਥ ਦੀ ਉਹ ਹੋਂਦ ਨੂੰ ਅਸੀਂ ਕਾਇਮ ਕਰ ਸਕੀਏ। ਆਪਣੇ ਬੱਚਿਆਂ ਤੇ ਨੌਜਵਾਨਾਂ ਦਾ ਗੁਰਸਿੱਖੀ ਤੋਂ ਟੁੱਟਿਆ ਜੀਵਨ, ਸਾਡਾ ਡਾਰਕ ਫਿਊਚਰ, ਕਾਲਾ ਭਵਿੱਖ ਦਾ ਅਲਾਰਮ ਸਾਡੇ ਸਾਹਮਣੇ ਅੱਜ ਵਜਾ ਰਿਹਾ ਹੈ। ਆਪਣੇ ਚੁੰਝ ਗਿਆਨ ਨੂੰ ਲੋਕਾਂ ਦੇ ਸਾਹਮਣੇ ਦੱਸਣ ਦੇ ਲਈ, ਆਪਣੇ ਚੁੰਝ ਗਿਆਨ ਨੂੰ ਲੋਕਾਂ ਦੇ ਨਾਲ ਸਾਂਝਾ ਕਰਨ ਦੇ ਨਾਲ ਮਨ ਮਰਜ਼ੀ ਦੀਆਂ ਗੁਰਮਤਾਂ ਤੇ ਫੂਕੇ ਬਹਿਸ ਮੁਆਸਰੇ ਝਗੜੇ, ਇਹ ਖਾਮਖਾ ਇੱਕ ਦੂਜੇ ਨਾਲ ਖਹਿਣ ਦੀ ਜਿਹੜੀ ਆਦਤ ਹੈ, ਝਗੜਨ ਦੀ ਵਾਦੀ ਜਿਹੜੀ ਹੈ, ਇਹ ਸਾਨੂੰ ਕੁਝ ਸਦਾ ਲਈ ਨਹੀਂ ਤਾਂ ਕੁਝ ਸਮੇਂ ਲਈ ਜ਼ਰੂਰ ਬੰਦ ਕਰ ਦੇਣੀ ਚਾਹੀਦੀ ਹੈ, ਤਦ ਕਿ ਅਸੀਂ ਗੁਰੂ ਪੰਥ ਦੀ ਉਸ ਸੁੱਚੇ ਆਦਰਸ਼ ਨੂੰ ਕਾਇਮ ਕਰਨ ਦੇ ਲਈ ਆਪਣਾ ਜ਼ੋਰ ਲਾ ਸਕੀਏ। ਕਮ ਸੇ ਕਮ ਕੁਝ ਸਮਾਂ ਸਾਨੂੰ ਇਸ ਪਾਸੇ ਨੂੰ ਜ਼ਰੂਰ ਸੋਚਣ ਦੀ ਲੋੜ ਹੈ। ਨਹੀਂ ਜੇ ਵੇਸਲੇ ਨੇ ਤਾਂ ਫਿਰ ਜੋ ਕੁਝ ਵਾਪਰਿਆ ਹੈ ਇਹ ਪੂਰੀ ਕੌਮ ਨੂੰ ਆਪਣੀ ਚਪੇਟ ਵਿੱਚ ਲੈ ਜਾਵੇਗਾ। ਬਲਦੀ ਹੀ ਅੱਗ ਤੋਂ ਕਦੀ ਬਚ ਨਹੀਂ ਸਕੀਦਾ। ਇਹਦਾ ਸੇਕ ਭਾਵੇਂ ਗੁਆਂਢੀ ਦੇ ਘਰ ਵੀ ਲੱਗ ਜਾਏ, ਆਪਣੇ ਘਰ ਵੀ ਜ਼ਰੂਰ ਲੱਗ ਜਾਂਦਾ। ਇਹ ਸੇਕ ਅੱਗ ਦਾ ਸਮੁੱਚੇ ਕੌਮ ਦੇ ਉੱਤੇ ਪੈਣ ਦਾ ਡਰ ਹੁੰਦਾ ਹੈ। ਇਸ ਵਾਸਤੇ ਆਪਣੇ ਮਤਭੇਦਾਂ ਨੂੰ ਵਿਵੇਕ ਬੁੱਧੀ ਦੇ ਨਾਲ ਬੈਠ ਕੇ ਮਸਲਿਆਂ ਨੂੰ ਹੱਲ ਕਰੀਏ, ਨਾ ਕਿ ਇੱਕ ਦੂਜੇ ਦੇ ਪੱਗਾਂ ਲਾਉਣ ਦੀਆਂ ਗੱਲਾਂ ਕਰੀਏ। ਸਟੇਜਾਂ ਦੇ ਉੱਤੇ ਬੁਲਾਰਿਆਂ ਨੂੰ ਲਾਹ ਦੇਣਾ, ਸਟੇਜਾਂ ਤੇ ਜਾ ਕੇ ਬੁਲਾਰਿਆਂ ਦੀ ਬੇਇੱਜ਼ਤੀ ਕਰ ਦੇਣੀ, ਸਟੇਜਾਂ ਤੇ ਜਾ ਕੇ ਬੁਲਾਰਿਆਂ ਨੂੰ ਕੁੱਟ ਦੇਣਾ, ਮਾਰ ਦੇਣਾ, ਇਹ ਕੋਈ ਢੰਗ ਜਾਂ ਤਰੀਕਾ ਨਹੀਂ ਹੈ। ਵਿਵੇਕ ਬੁੱਧੀ ਵਰਤੋ, ਬੈਠ ਕੇ ਵਿਚਾਰੋ। ਵਿਚਾਰ ਦਿੱਤੀ ਗੁਰੂ ਪਾਤਸ਼ਾਹ ਜੀ ਨੇ, ਵਿਚਾਰ ਦਾ ਇੱਕ ਢੰਗ ਹੈ ਜਿਹੜਾ ਅਸੀਂ ਜਿਹਦੇ ਨਾਲ ਬੈਠ ਕੇ ਇਹ ਗੱਲਾਂ ਕਰ ਸਕਦੇ ਹਾਂ। ਵਿਵੇਕ ਬੁੱਧੀ ਦੇ ਨਾਲ ਸਾਨੂੰ ਇਹ ਮਸਲੇ ਹੱਲ ਕਰਨੇ ਚਾਹੀਦੇ ਹਨ, ਤੇ ਜਿਹੜੇ ਮਸਲੇ ਫਿਰ ਵੀ ਹੱਲ ਨਹੀਂ ਹੁੰਦੇ, ਫਿਰ ਟਾਈਮ ਬੀਂਗ ਉਹਨਾਂ ਨੂੰ ਦੱਬ ਦੇਣਾ ਹੀ ਠੀਕ ਹੈ, ਉਹਨਾਂ ਨੂੰ ਛੱਪ ਦੇਣਾ ਹੀ ਠੀਕ ਹੈ। ਕਿਉਂ? ਪਹਿਲਾਂ ਪੰਥਕ ਜਥੇਬੰਦੀ ਬਣਾ ਲਈਏ ਜਿਹਦਾ ਮੁੱਖ ਨਿਸ਼ਾਨਾ ਹੋਵੇ ਕੌਮ ਦੇ ਭਵਿੱਖ ਨੂੰ ਕਿਵੇਂ ਅਸੀਂ ਉਜਲ ਕਰਨਾ ਹੈ, ਕੌਮ ਦੇ ਭਵਿੱਖ ਨੂੰ ਕਿਵੇਂ ਅਸੀਂ ਗੁਰੂ ਸਿੱਖੀ ਦੇ ਨਾਲ ਜੋੜਨਾ ਹੈ। ਫਿਰ ਜਦੋਂ ਕੌਮ ਦਾ ਭਵਿੱਖ ਇਸ ਪਾਸੇ ਨੂੰ ਸੋਚਣ ਲੱਗ ਪਵੇਗਾ, ਸਾਡੀ ਨਵੀਂ ਪੀੜ੍ਹੀ ਦੇ ਅੰਦਰੋਂ ਇਨਫੀਰਿਟੀ ਕੰਪਲੈਕਸ, ਹੀਨ ਭਾਵਨਾ ਜਿਹੜੀ ਹੈ ਉਹ ਜਦੋਂ ਦੂਰ ਹੋਏਗੀ ਤਾਂ ਫਿਰ ਅਸੀਂ ਮਸਲਿਆਂ ਦਾ ਹੱਲ ਵੀ ਜਿਹੜੇ ਹੈ ਲੱਭ ਲਵਾਂਗੇ। ਹਾਲੇ ਤਾਂ ਸਾਡੀ ਕੌਮ ਦੇ ਅੰਦਰ ਇਨਫੀਰਿਟੀ ਕੰਪਲੈਕਸ ਦਾ ਹੀ ਜਿਹੜੇ ਅੰਦਰ ਬਣੀ ਹੈ, ਉਹਦੇ ਚੋਂ ਹੀ ਅਸੀਂ ਬਾਹਰ ਜਿਹੜੇ ਹੈ ਉਹ ਨਹੀਂ ਨਿਕਲ ਸਕਦੇ। ਇਹ ਵੀ ਮੈਂ ਬੇਨਤੀ ਕਰਦੇ ਹਾਂ ਵੀ ਜੇ ਹਰ ਪੰਥ ਦਾ ਅੰਗ ਬਣ ਕੇ ਅਸੀਂ ਨਹੀਂ ਜੀਵ ਸਕਦੇ ਤਾਂ ਫਿਰ ਪੰਥ ਨਾਲੋਂ ਟੁੱਟ ਕੇ ਸਿੱਖ ਦਾ ਜੀਵਨ ਜਿਹੜਾ ਹੈ ਉਹ ਟੁੱਟੇ ਹੋਏ ਉਸ ਟਾਹਣੇ ਵਰਗਾ ਹੈ ਜਿਹਦੀਆਂ ਜੜ੍ਹਾਂ ਹੀ ਕੱਟ ਦਿੱਤੀਆਂ ਜਾਂਦੀਆਂ ਹਨ, ਜਿਹਨੂੰ ਗੁਰਬਾਣੀ ਵਿੱਚ ਪੇੜ ਮੁੰਡਾਹੂ ਕੱਟਿਆ ਇਸ ਡਾਲ ਸੁਕੰਡੇ ਦਾ ਗੱਲ ਜਿਹੜਾ ਹੈ ਗੁਰਬਾਣੀ ਰਾਹੀਂ ਵੀ ਪ੍ਰਗਟ ਕੀਤਾ ਗਿਆ। ਕੋਈ ਜਿਹਦੀ ਪੇੜ ਦੀਆਂ ਜੜ੍ਹਾਂ ਕੱਟ ਦਈਏ ਉਹਦਾ ਡਾਲੀਆਂ ਆਪਣੇ ਆਪ ਹੀ ਸੁੱਕ ਜਾਂਦੀਆਂ ਹਨ, ਉਹਨਾਂ ਨੂੰ ਬਾਹਰੋਂ ਕੱਟਣ ਦੀ ਜਾਂ ਸੁੱਕਣ ਦੀ, ਵੱਢ ਕੇ ਸੁੱਟਣ ਦੀ ਲੋੜ ਨਹੀਂ ਪੈਂਦੀ। ਪੇੜ ਮੁੰਡਾਹੂ ਕੱਟਿਆ ਇਸ ਡਾਲ ਸੁਕੰਡੇ, ਉਹਦੀਆਂ ਡਾਲੀਆਂ ਆਪਣੇ ਆਪ ਹੀ ਸੁੱਕ ਜਾਂਦੀਆਂ। ਤਾਂ ਇਹ ਸਪਸ਼ਟ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਹਰ ਸਿੱਖ ਨੂੰ ਪੰਥ ਦਾ ਅੰਗ ਬਣ ਕੇ ਜੀਵਨ ਜੀਣ ਦੀ ਜਿਹੜੀ ਗੱਲ ਹੈ ਉਹ ਸਮਝਾਈ ਹੈ। ਇੱਥੇ ਜਿਹੜੀ ਗੱਲਬਾਤ ਗੁਰੂ ਪੰਥ ਦੇ ਸਿਰਲੇਖ ਹੇਠ ਆਈ, ਮੈਂ ਸਿਰਫ ਗੁਰੂ ਪੰਥ ਦੀ ਗੱਲ ਇਸ ਵਾਸਤੇ ਕੀਤੀ ਹੈ ਕਿ ਬਹੁਤ ਸਾਰੇ ਭੁਲੇਖੇ ਅਸੀਂ ਗੁਰੂ ਪੰਥ ਦੇ ਨਾਂ ਦੇ ਉੱਤੇ ਅੱਜ ਪਾ ਰਹੇ ਹਾਂ, ਕਰ ਰਹੇ ਹਾਂ। ਤੋ ਇਸ ਕਰਕੇ ਮੈਂ ਆਪ ਜੀ ਦਾ ਇਹ ਸਮਾਂ ਵੀ ਥੋੜਾ ਜਿਹਾ ਲੈ ਲਿਆ ਕਿ ਗੁਰੂ ਪੰਥ ਦੀ ਇਸ ਪਰਿਭਾਸ਼ਾ ਨੂੰ ਜ਼ਰੂਰ ਸਪਸ਼ਟ ਕਰਨਾ ਚਾਹੀਦਾ ਹੈ ਕਿ ਗੁਰੂ ਪੰਥ ਹੈ ਕੌਣ। ਗੁਰੂ ਪੰਥ ਸਮਰਪਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ। ਗੁਰੂ ਪੰਥ ਉਹ ਹੈ ਜੋ ਸਮਰਪਿਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਨੂੰ। ਗੁਰੂ ਪੰਥ ਉਹ ਹੈ ਜੋ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਮੇਸ਼ਾ ਹੀ ਆਪਣਾ ਤਨ ਮਨ ਧਨ ਕੁਰਬਾਨ ਕਰਨ ਲਈ ਤਿਆਰ ਹੈ।
ਅਸਲ 'ਚ ਉਹ ਗੁਰੂ ਪੰਥ ਦੇ ਵਾਰਸ ਹਨ। ਬਾਕੀ ਸਭ ਜੋ ਮੈਂ ਬੇਨਤੀ ਕੀਤੀ ਹੈ, ਜਿਹੋ ਜਿਹੀ ਹਾਲਤ ਸਾਡੀ ਬਣੀ ਹੋਈ ਹੈ, ਉਹ ਇਸੇ ਤਰ੍ਹਾਂ ਦੀ ਹੈ। ਤੋ ਇਸ ਵਾਸਤੇ ਇਹ ਜੋ ਗੁਰੂ ਪੰਥ ਸਿਰਲੇਖ ਹੈ, ਉਹਦੀ ਪਰਿਭਾਸ਼ਾ ਦੇ ਵਿੱਚ ਕੁਝ ਗੱਲਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ। ਤੋ ਗੁਰੂ ਪੰਥ ਸੇਵਾ ਕੇਵਲ ਪੱਖੇ ਲੰਗਰ ਆਪ ਤੇ ਹੀ ਨਹੀਂ ਮੁੱਕ ਜਾਂਦੀ। ਸਿੱਖ ਦੀ ਸਾਰੀ ਜ਼ਿੰਦਗੀ ਪਰਉਪਕਾਰ ਵਾਲੀ ਹੈ। ਸੇਵਾ ਸਫਲ ਉਹ ਹੈ ਜੋ ਥੋੜੇ ਯਤਨ ਨਾਲ ਵਧੀਕ ਤੋਂ ਵਧੀਕ ਹੋ ਸਕੇ। ਇਹ ਗੱਲ ਜਥੇਬੰਦੀ ਦੇ ਰਾਹੀਂ ਹੀ ਹੋ ਸਕਦੀ ਹੈ। ਹੁਣ ਇੱਥੇ ਗੱਲ ਆ ਗਈ ਜਥੇਬੰਦੀ। ਇੱਥੇ ਲਿਖਿਆ ਸਿੱਖ ਨੇ ਇਸ ਲਈ ਸਿੱਖੀ ਧਰਮ ਨੂੰ ਪੂਰਾ ਕਰਦਿਆਂ ਹਾਂ ਨਾਲ ਨਾਲ ਪੰਥ ਫਰਜ਼ ਵੀ ਪੂਰੇ ਕਰਨੇ ਹਨ। ਉਸ ਜਥੇਬੰਦੀ ਦਾ ਨਾਮ ਪੰਥ। ਹਰ ਇੱਕ ਸਿੱਖ ਨੇ ਪੰਥ ਦਾ ਇੱਕ ਅੰਗ ਬਣ ਕੇ ਆਪਣਾ ਅੰਗ ਹੋ ਕੇ ਹੀ ਆਪਣਾ ਧਰਮ ਨਿਭਾਉਣਾ ਹੈ। ਤੋ ਜਥੇਬੰਦੀ ਕੀ ਹੁੰਦੀ ਹੈ? ਜਥੇਬੰਦੀ ਮੈਂ ਬੇਨਤੀ ਕਰ ਦਿੱਤੀ, ਪਹਿਲਾਂ ਵੀ ਕੀਤੀ ਹੈ, ਸਾਡੇ ਨਿੱਜੀ ਵਿਚਾਰ ਭਾਵੇਂ ਕੁਝ ਵੀ ਹੋਣ, ਜਥੇਬੰਦੀ ਦੇ ਬਾਕੀ ਮੈਂਬਰਾਂ ਨਾਲ ਮਿਲਾ ਕੇ ਸਰਬੱਤ ਦੇ ਭਲੇ ਲਈ ਕੰਮ ਕਰ, ਸਭ ਦੇ ਭਲੇ ਲਈ ਕੰਮ ਕਰਨ ਦਾ ਨਾਮ ਜਥੇਬੰਦੀ ਹੈ। ਜਦੋਂ ਅਸੀਂ ਅੱਜ ਝਗੜਾ ਕਿਸ ਗੱਲ ਦਾ ਹੈ? ਇਸੇ ਗੱਲ ਦਾ ਵੀ ਮੇਰੀ ਗੱਲ ਮੰਨੀ ਜਾਣੀ ਚਾਹੀਦੀ ਹੈ। ਜਿਹੜਾ ਵਿਅਕਤੀ ਉੱਠਦਾ ਇਹੋ ਗੱਲ ਕਹਿੰਦਾ ਮੈਂ ਸਿਆਣਾ ਹਾਂ, ਮੇਰੇ ਵਿਚਾਰ ਮੰਨੇ ਜਾਣੇ, ਮੀਟਿੰਗ 'ਚ ਮੇਰੀ ਗੱਲ ਕਿਉਂ ਨਹੀਂ ਸੁਣੀ, ਬਸ ਇੱਥੇ ਲੜਾਈ ਖੜੀ ਹੋ ਜਾਂਦੀ ਹੈ। ਜਥੇਬੰਦੀ ਦਾ ਇਹ ਅੰਗ ਨਹੀਂ ਹੈ। ਜਥੇਬੰਦੀ ਆਪਣੇ ਨਿੱਜੀ ਵਿਚਾਰ ਕੁਝ ਵੀ ਹੋਣ, ਪਰ ਬਾਕੀ ਬਹੁਤ ਸੰਮਤੀ ਦੇ ਵਿਚਾਰਾਂ ਨੂੰ ਵਿੱਚ ਆਪਣੇ ਵਿਚਾਰਾਂ ਨੂੰ ਸਮੇਟ ਦੇਣ ਦਾ ਨਾਮ ਹੀ ਜਥੇਬੰਦੀ ਹੈ। ਜਿਹੜੀ ਇੱਥੇ ਜਥੇਬੰਦੀ ਦੀ ਪਰਿਭਾਸ਼ਾ ਵੀ ਜਥੇਬੰਦੀ ਰਾਹੀਂ ਹੀ ਹੋ ਸਕਦੀ ਹੈ। ਇਸ ਵਾਸਤੇ ਜਥੇਬੰਦਕ ਹੋਣਾ ਜਿਹੜਾ ਬੜਾ ਜ਼ਰੂਰੀ ਹੈ। ਤੇ ਉਹ ਜਥੇਬੰਦੀ ਜਿਹੜੀ ਹੈ ਉਹਦਾ ਨਾਮ ਪੰਥ ਹੈ, ਜਿਹੜਾ ਗੁਰੂ ਪੰਥ ਨੇ ਜਥੇਬੰਦੀ ਦੀ ਗੱਲ ਕੀਤੀ ਹੈ। ਤਾਂ ਮਰਿਆਦਾ ਦਾ ਇਸ ਮੱਧ ਦਾ ਜਿਹੜਾ ਸੁਨੇਹਾ ਸਾਨੂੰ ਸੰਦੇਸ਼ ਮਿਲਦਾ ਹੈ ਕਿ ਸਿੱਖ ਨੇ ਪੰਥ ਦਾ ਅੱਗ ਬਣ ਕੇ ਰਹਿਣਾ ਹੈ। ਜਿਵੇਂ ਦਰਖਤ ਦਾ ਮੁੱਢ, ਜੜ, ਪੱਤੇ, ਫੁੱਲ, ਫਲ, ਟਾਹਣੀਆਂ ਆਪਣੀ ਹੋਂਦ ਹਨ, ਉਹਨਾਂ ਦੇ ਗੁਣ ਹੈ, ਉਹਨਾਂ ਦੀ ਲੋੜ ਵੀ ਹੁੰਦੀ ਹੈ, ਪਰ ਇਹ ਇਕੱਲੇ ਨਾ ਇਕੱਲੇ ਫੁੱਲ ਦੀ ਵੈਲਿਊ ਹੈ, ਨਾ ਇਕੱਲੀ ਟਾਹਣੀਆਂ ਦੀ ਵੈਲਿਊ ਹੈ। ਰੁੱਖ ਜਾਂ ਇਕੱਲੀ ਚੀਜ਼ ਦਰਖਤ ਨਹੀਂ ਖਵਾ ਸਕਦੇ, ਇਕੱਲੀ ਚੀਜ਼ ਦਰਖਤ ਨਹੀਂ ਖਵਾ ਸਕਦੇ। ਇਹਨਾਂ ਸਾਰਿਆਂ ਨੂੰ ਮਿਲਾ ਕੇ ਹੀ ਰੁੱਖ ਬਣਦਾ ਹੈ। ਇਸੇ ਤਰ੍ਹਾਂ ਸਰੀਰ ਦੇ ਵੱਖ-ਵੱਖ ਅੰਗ ਹਨ ਸਾਡੇ। ਇਸ ਲਈ ਇਹ ਸਪਸ਼ਟ ਕੀਤਾ ਗਿਆ ਹੈ ਕਿ ਤਿਆਰ ਸਿੰਘਾਂ ਦੇ ਸਮੂਹ ਨੂੰ ਗੁਰੂ ਪੰਥ ਕਹਿੰਦੇ ਹਨ, ਆਖਦੇ ਹਨ। ਸਮੁੱਚੇ ਜਿਹੜਾ ਸਮੁੱਚਾ ਲਫ਼ਜ਼ ਆਇਆ, ਸਮੁੱਚੇ ਸਮੂਹ ਨੂੰ, ਸਮੁੱਚੇ ਦਾ ਅਰਥ ਸਰਬੱਤ ਹੈ। ਭਾਈ ਕਾਹਨ ਸਿੰਘ ਜੀ ਨਾਭਾ ਨੇ ਪੰਥ ਦੀਆਂ ਸਾਰੀਆਂ ਜਥੇਬੰਦੀਆਂ, ਟਕਸਾਲਾਂ, ਸੰਪਰਦਾਵਾਂ, ਸਿੰਘ ਸਭਾਵਾਂ, ਦਲ, ਨਿਹੰਗ ਸਿੰਘਾਂ ਦੀਆਂ ਫੌਜਾਂ, ਨਿਰਮਲੇ, ਉਦਾਸੀ, ਰਿਆਸਤੀ ਸਿੰਘ, ਫੌਜੀ ਸਿੰਘ, ਡੇਰੇ, ਬੁੰਗੇ ਦਾ ਜ਼ਿਕਰ ਕੀਤਾ ਹੈ ਵੀ ਇਹ ਕਿਵੇਂ ਪੰਥ ਦਾ ਹਿੱਸਾ ਬਣ ਸਕਦੇ ਹਨ। ਇਹ ਪੰਥ ਦਾ ਹਿੱਸਾ ਕਿਵੇਂ ਬਣ ਸਕਦੇ ਹਨ? ਭਾਈ ਕਾਹਨ ਸਿੰਘ ਜੀ ਨਾਭਾ ਨੇ ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਹੈ। ਪਰ ਲਾਜ਼ਮੀ ਸ਼ਰਤ ਇਹ ਹੈ ਵੀ ਇਹ ਪੰਥ ਦੇ ਹਿੱਸੇ ਬਣ ਸਕਦੇ ਹਨ, ਪਰ ਲਾਜ਼ਮੀ ਸ਼ਰਤ ਹੈ ਕਿ ਸਿੱਖ ਰਹਿਤ ਮਰਿਆਦਾ ਵਿੱਚ ਵਰਣਨ ਕੀਤੀ ਹੋਈ ਸਿੱਖ ਦੀ ਪਰਿਭਾਸ਼ਾ ਨੂੰ ਮੰਨਦੇ ਹੋਏ ਕੇਵਲ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਤੇ ਮੁਕਤੀ ਦਾ ਦਾਤਾ ਮੰਨਦੇ ਹੋਣ। ਕਿਸੇ ਹੋਰ ਧਰਮ ਨੂੰ ਨਾ ਮੰਨਣ ਵਾਲੇ ਹਨ ਤਾਂ ਫਿਰ ਇਹ ਸਤਿਕਾਰਯੋਗ ਗੁਰੂ ਪੰਥ ਦਾ ਹਿੱਸਾ ਬਣ ਸਕਦੇ। ਪਰ ਜੇ ਆਪੋ ਆਪਣੀ ਡਫਲੀ ਵਜਾਉਣ ਵਾਲੇ ਹਨ, ਆਪੋ ਆਪਣੀਆਂ ਪੂਜਾ ਕਰਾਉਣ ਵਾਲੇ ਹਨ, ਜਾਂ ਆਪੋ ਆਪਣੀ ਮਰਜ਼ੀ ਮੁਤਾਬਕ ਚੱਲਣ ਵਾਲੇ ਹਨ, ਤਾਂ ਫਿਰ ਇਹ ਗੁਰੂ ਪੰਥ ਦਾ ਹਿੱਸਾ ਹੋਣ ਦੇ ਹੱਕਦਾਰ ਨਹੀਂ। ਪਰ ਇਕੱਲੇ ਪੰਥ ਦਾ ਅੰਗ ਨਹੀਂ ਬਣ ਸਕਦੇ। ਗੁਰੂ ਸਾਹਿਬ ਨੇ ਗੁਰਿਆਈ ਸਮੇਂ ਪੰਥ ਨੂੰ ਸਮੁੱਚੇ ਪੰਥ ਨੂੰ ਗੁਰਿਆਈ ਸੌਂਪੀ ਹੈ ਤੇ ਗੁਰੂ ਪੰਥ ਵਿੱਚ ਇਹਨੂੰ ਫਿਰ ਤਬਦੀਲ ਕਰ ਦਿੱਤਾ। ਪੰਥ ਨੂੰ ਗੁਰੂ ਪੰਥ ਵਿੱਚ ਤਬਦੀਲ ਕਦੋਂ ਕੀਤਾ? ਜਦੋਂ 1708 ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਦੇ ਦਿੱਤੀ। ਰਹਿਤਨਾਮਾ ਭਾਈ ਪ੍ਰਹਲਾਦ ਸਿੰਘ ਦੇ ਵਿੱਚ ਇੱਕ ਬਚਨ ਆਉਂਦਾ ਹੈ, ਲੈਣਾ ਦੇਣਾ ਖਾਲਸੇ, ਆਨ ਦੇਵ ਸਭ ਝੂਠ, ਔਰ ਦੇਵ ਇਵ ਮਾਣੀਏ ਜਿਉ ਬਾਰੂਪੀ ਮੂਠ। ਤੋ ਸਰਬੱਤ ਮੈਂਬਰ, ਸਰਬੱਤ ਵਿੱਚ ਮੈਂ ਹਾਂ ਅਤੇ ਖਾਲਸਾ ਮੇਰਾ ਹੈ। ਹੋ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੰਧੇਰੋ ਦਾ ਸੰਦੇਸ਼ ਜਿਹੜਾ ਹੈ ਇਹ ਛਿਪਿਆ ਹੋਇਆ ਹੈ। ਤੋ ਭਾਈ ਦਇਆ ਸਿੰਘ ਜੀ ਦੇ ਰਹਿਤਨਾਮੇ ਵਿੱਚ ਬਚਨ ਆਉਂਦੇ ਹਨ, ਸ੍ਰੀ ਅਕਾਲ ਪੁਰਖ ਕੇ ਬਚਨ ਸਿਓ, ਪ੍ਰਗਟਿਓ ਪੰਥ ਮਹਾਨ, ਗੁਰੂ ਪੰਥ ਗੁਰ ਮਾਨੀਏ ਤਾਰੇ ਸਗਲ ਜਹਾਨ। ਇਹ ਭਾਈ ਦਇਆ ਸਿੰਘ ਜੀ ਦਾ ਰਹਿਤਨਾਮਾ ਹੈ, ਉਹਦੇ 'ਚ ਬਚਨ ਆਉਂਦੇ ਹਨ ਗੁਰੂ ਪੰਥ ਦੇ ਬਾਰੇ ਦੇ ਵਿੱਚ। ਤੋ ਰਹਿਤਨਾਮਾ ਭਾਈ ਚੌਂਪਾ ਸਿੰਘ ਜਿਹੜਾ ਹੈ, ਉਹਨਾਂ ਦੇ ਵਿੱਚ ਵੀ ਪੰਨਾ ਨੰਬਰ 129 ਤੇ ਗੱਲ ਲਿਖੀ ਮਿਲਦੀ ਹੈ, ਉਹ ਹੈ ਸਰਬੱਤਰ ਹੀ ਖਾਲਸਾ ਹੈ, ਕੋਈ ਇੱਕ ਨਹੀਂ ਹੋ ਸਕਦਾ। ਭਾਵ ਸਾਰੇ ਸਮੂਹ ਜਿਹੜਾ ਹੈ ਉਹੀ ਖਾਲਸਾ ਪੰਥ ਅਖਾਉਣ ਦਾ ਹੱਕਦਾਰ ਹੈ। ਤੇ ਭਾਈ ਚੌਂਪਾ ਸਿੰਘ ਜੀ ਅੱਗੇ ਫਿਰ ਲਿਖਿਆ,
ਗੁਰਿਆਈ ਸਰਬੱਤ ਖਾਲਸੇ ਅਤੇ ਆਸਰਾ ਗੁਰੂ ਕੇ ਸ਼ਬਦ ਅਤੇ ਵਾਲੀ ਪੁਰਖ ਉਸ ਅਕਾਲ ਪੁਰਖ ਦਾ ਇਹੀ ਹੋਂਦ ਲੈਣਾ ਚਾਹੀਦਾ। ਭਾਵ ਇੱਥੇ ਵੀ ਉਹਨਾਂ ਨੇ ਸਰਬੱਤ ਖਾਲਸਾ ਗੁਰੂ ਪੰਥ ਦੇ ਲਈ ਜਾਂ ਸਰਬੱਤ ਪੰਥ ਦੇ ਲਫ਼ਜ਼ ਜਿਹੜਾ ਹੈ ਇਸਤੇਮਾਲ ਕੀਤਾ। ਹਰ ਇੱਕ ਸਿੱਖ ਨੇ ਜਾਤੀ ਜਾਂ ਜਮਾਤੀ ਰੂਪ ਵਿੱਚ ਪੰਥ ਦਾ ਇੱਕ ਅੰਗ ਹੋ ਕੇ ਆਪਣੇ ਪੰਥਕ ਫਰਜ਼ ਪੂਰੇ ਕਰਨੇ। ਜਾਤੀ ਹੋ ਕੇ ਜਾਂ ਜਮਾਤੀ ਹੋ, ਇਕੱਲੇ ਇਕੱਲੇ ਹੋ ਕੇ ਜਾਂ ਕਿਸੇ ਸੰਸਥਾ ਨਾਲ ਜੁੜ ਕੇ, ਕਿਸੇ ਜਥੇਬੰਦੀ ਦੇ ਨਾਲ ਜੁੜ ਕੇ। ਇਸ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੋਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕਾਇਮੀ ਤੋਂ ਲੈ ਕੇ ਪੰਜਾਬੀ ਸੂਬੇ ਤੱਕ ਦੀ ਸਥਾਪਨਾ ਤੱਕ ਜਦੋਂ ਵੀ ਕਿਤੇ ਪੰਥਕ ਕਾਨਫਰੰਸ ਕਰਨੀ ਹੁੰਦੀ ਸੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੰਦੀ ਸੀ ਤੇ ਅਖੀਰਲੇ ਸੈਸ਼ਨ ਵਿੱਚ ਅੰਮ੍ਰਿਤ ਸੰਚਾਰ ਵੀ ਹੁੰਦਾ ਸੀ। ਜਰਾ ਖਿਆਲ ਕਰਨ ਦੀ ਜਿਹੜੀ ਗੱਲ ਹੈ ਉਹ ਇਹ ਹੈ ਵੀ ਜਦੋਂ ਅਕਾਲੀ ਦਲ ਦੀ ਸਥਾਪਨਾ ਤੋਂ ਲੈ ਕੇ ਪੰਜਾਬੀ ਸੂਬੇ ਤੱਕ ਦੀ ਸਥਾਪਨਾ ਤੱਕ ਜਦੋਂ ਵੀ ਕਿਤੇ ਅਕਾਲੀ ਦਲ ਦੀ ਕਾਨਫਰੰਸ ਹੁੰਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹੁੰਦੀ ਸੀ ਤੇ ਉਹਦੀ ਸਮਾਪਤੀ ਦੇ ਉੱਤੇ ਅੰਮ੍ਰਿਤ ਸੰਚਾਰ ਵੀ ਹੁੰਦਾ ਸੀ। ਅਕਾਲੀ ਦਲ ਦਾ ਨਿਆਰਾਪਨ ਜਿਹੜਾ ਸੀ ਉਹ ਇਸ ਢੰਗ ਦਾ ਸੀ। ਪਰ ਅੱਜ ਤਾਂ ਅਕਾਲੀ ਦਲ ਦਾ ਜੋ ਹਾਲਤ ਹੈ ਸਾਡੇ ਸਾਹਮਣੇ ਹੈ, ਉਹਦੇ 'ਚ ਸਿੱਖ ਘੱਟ ਲੱਭਦੇ ਹਨ ਤੇ ਦੂਜੇ ਜ਼ਿਆਦਾ ਲੱਭਦੇ ਹਨ। ਅਕਾਲੀ ਦਲ ਦੇ ਪ੍ਰਧਾਨ ਪਹਿਲਾਂ ਅੰਮ੍ਰਿਤਧਾਰੀ 3 ਫੁੱਟੀ ਕਿਰਪਾਨ ਉਹਦੇ ਹੱਥ 'ਚ ਹੁੰਦੀ ਸੀ। ਮੈਨੂੰ ਅਜੇ ਤੱਕ ਯਾਦ ਹੈ ਕਿ ਇੰਨਾ ਸਤਿਕਾਰ ਹੁੰਦਾ ਸੀ ਅਕਾਲੀ ਦਲ ਦੇ ਪ੍ਰਧਾਨ ਦਾ। ਅਸੀਂ ਬਿਲਕੁਲ ਛੋਟੇ ਹੋਵਾਂਗੇ, ਤਕਰੀਬਨ 6, 7, 8 ਸਾਲ ਦੇ ਹੋਵਾਂਗੇ। ਯਾਦ ਮੈਨੂੰ ਜਿਹੜੀ ਛੋਟੀ ਜਿਹੀ ਬਚਪਨ ਦੀ ਗੱਲ ਯਾਦ ਆਉਂਦੀ, ਮੈਂ ਸਾਂਝੀ ਕਰਦਿਆਂ ਕਿ ਅਕਾਲੀ ਦਲ ਦੇ ਪ੍ਰਧਾਨ ਦਾ ਕਿੰਨਾ ਸਤਿਕਾਰ ਸੀ। ਇੱਥੇ ਮਾਸਟਰ ਤਾਰਾ ਸਿੰਘ ਜੀ ਜਲੰਧਰ ਕੰਪਨੀ ਬਾਗ ਦੇ ਵਿੱਚ ਕਿਸੇ ਕਾਨਫਰੰਸ ਤੇ ਆਉਣਾ ਸੀ। ਅਸੀਂ ਇੱਥੋਂ ਜਲੰਧਰ ਤੋਂ ਦੂਰ ਤਕਰੀਬਨ 11 ਕਿਲੋਮੀਟਰ ਤੇ ਸਾਡਾ ਪਿੰਡ, ਜਿੱਥੇ ਸਾਡਾ ਜਨਮ ਹੋਇਆ, ਉੱਥੇ ਰਹਿੰਦੇ ਸਨ। ਸਾਡੇ ਪਿਤਾ ਜੀ ਮੈਨੂੰ ਤੇ ਮੈਨੂੰ ਛੋਟੇ ਭਰਾ ਨੂੰ ਦੋਨੇ ਸਾਈਕਲਾਂ ਤੇ ਬਿਠਾ ਕੇ ਲੈ ਕੇ ਆਏ ਤੇ ਇਹ ਪੁੱਛਿਆ ਕਿੱਥੇ ਲੈ ਕੇ ਚੱਲੇ? ਕਹਿੰਦੇ ਅੱਜ ਪੰਥ ਦਾ ਲੀਡਰ ਮਾਸਟਰ ਤਾਰਾ ਸਿੰਘ ਦੇ ਦਰਸ਼ਨ ਕਰਨ ਜਾਣਾ। ਤਾਂ ਇੰਨੀ ਜ਼ਿਆਦਾ ਮਤਲਬ ਮਾਨ ਸਨਮਾਨ ਸੀ ਉਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਦਾ। ਮਾਸਟਰ ਤਾਰਾ ਸਿੰਘ ਦੇ ਦਰਸ਼ਨ ਕਰਨ ਦੀ ਗੱਲ ਜਿੱਥੇ ਲਫ਼ਜ਼ ਜਿਹੜੇ ਸਾਡੇ ਪਿਤਾ ਜੀ ਨੇ ਉਦੋਂ ਵਰਤੇ, ਜੋ ਅੱਜ ਸੰਸਾਰ ਵਿੱਚ ਤਾਂ ਨਹੀਂ ਹਨ, ਪਰ ਉਹਨਾਂ ਦੇ ਸ਼ਬਦ ਅੱਜ ਵੀ ਮੇਰੀਆਂ ਕੰਨਾਂ 'ਚ ਗੂੰਜਦੇ ਹਨ ਕਿ ਅੱਜ ਸਾਡੀ ਹਾਲਤ ਕੀ ਹੋਊਗੀ। ਅੱਜ ਕਿਹੜੇ ਗੁਰੂ ਪੰਥ ਦੀਆਂ ਗੱਲਾਂ ਅਸੀਂ ਕਰ ਰਹੇ, ਕਿੱਥੇ ਅਸੀਂ ਪਹੁੰਚ ਗਏ ਹਾਂ, ਸਾਡੀ ਪੀਛੇ ਨਾਲ ਕਿੱਥੇ ਦੀ ਕਿੱਥੇ ਚਲੀ ਗਈ ਹੈ, ਕਿੱਥੇ ਡਾਵਾਡੋਲ ਅਸੀਂ ਪਹੁੰਚ ਗਏ। ਤਾਂ ਇਹ ਸਪਸ਼ਟ ਗੱਲ ਇਹ ਹੈ ਕਿ ਅੱਜ ਜੋ ਕਮਜ਼ੋਰੀਆਂ ਸਾਡੇ 'ਚ ਆਈਆਂ, ਇਹਨੇ ਗੁਰੂ ਪੰਥ ਦੇ ਉਸ ਜਿਹੜਾ ਗੁਰੂ ਪੰਥ ਦਾ ਸੰਕਲਪ ਸਾਨੂੰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉਹਨੂੰ ਵੀ ਬੜੀ ਸੱਟ ਮਾਰੀ। ਇਹਨੂੰ ਕਾਇਮ ਕਰਨ ਦੀ ਲੋੜ ਹੈ। ਇਹ ਸਾਡੀ ਸਭ ਦੀ ਡਿਊਟੀ ਬਣਦੀ ਹੈ ਕਿ ਆਪੋ ਆਪਣੇ ਮਤਭੇਦ ਨੂੰ ਭੁਲਾ ਕੇ ਥੋੜਾ ਜਿਹਾ ਇੱਧਰ ਨੂੰ ਯਤਨ ਕਰੀਏ ਔਰ ਆਪਣੀਆਂ ਜਥੇਬੰਦੀਆਂ ਦੇ ਨਾਲੋਂ ਉੱਪਰ ਉੱਠ ਕੇ, ਕਿਤੇ ਕੋਈ ਝਗੜੇ ਹਨ, ਕਿਤੇ ਕੋਈ ਆਪਸੀ ਵੈਰ ਵਿਰੋਧ ਵੀ ਹੈ ਤਾਂ ਉਹਨਾਂ ਨੂੰ ਕੁਝ ਸਮੇਂ ਨੂੰ ਢੱਕ ਦਈਏ, ਡੱਬ ਦਈਏ ਤੇ ਕੋਸ਼ਿਸ਼ ਕਰੀਏ ਕਿ ਅਸੀਂ ਇਸ ਗੁਰੂ ਪੰਥ ਦੀ ਉਸ ਕਾਇਮੀ ਵੱਲੋਂ ਤੁਰੀਏ ਜਿਹੜਾ ਗੁਰੂ ਪੰਥ ਗੁਰੂ ਜੀ ਨੇ ਸਾਨੂੰ 239 ਸਾਲ ਦਾ ਪੂਰਾ ਸਮਾਂ ਲਾ ਕੇ ਮਾਰਿਆ। ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਹੀ ਨਿਰਮਲ ਪੰਥ ਖਾਲਸਾ ਪੰਥ ਬਣਿਆ। ਜਿਹੜੇ 239 ਸਾਲ ਦੇ ਸਮੇਂ ਵਿੱਚ ਉਹਦੀ ਸੰਪੂਰਨਤਾ ਕੀਤੀ। ਕਲਗੀਧਰ ਪਾਤਸ਼ਾਹ ਜੀ ਨੇ 1708 ਵਿੱਚ ਜਾ ਕੇ ਇਸ ਗੁਰੂ ਪੰਥ ਨੂੰ ਸੰਪੂਰਨਤਾ ਦਾ ਸਿਖਰ ਤੇ ਪਹੁੰਚਾ ਕੇ ਗੁਰਗੱਦੀ ਦੀ ਜ਼ਿੰਮੇਵਾਰੀ ਵੀ ਨਾਲ ਦੇ ਦਿੱਤੀ। ਤੋ ਇਹ ਦੂਜੀ ਗੱਲ ਹੋਰ ਵੀ ਅਸੀਂ ਦੇਖਦੇ ਹਾਂ ਵੀ ਜਦੋਂ ਪੁਰਾਣਾ ਸਮਾਂ ਹੁੰਦਾ ਸੀ, ਦਸਮ ਪਾਤਸ਼ਾਹ ਤੋਂ ਬਾਅਦ ਦਾ ਸਮਾਂ ਸੀ, ਜਦੋਂ ਦੇਖਦੇ ਹਾਂ ਤੇ ਸਰਬੱਤ ਖਾਲਸਾ ਤਕਰੀਬਨ ਸਾਲ 'ਚ 2 ਵਾਰ ਕੀਤਾ ਜਾਂਦਾ ਸੀ। ਸਰਬੱਤ ਖਾਲਸਾ ਏਦਾਂ ਇਕੱਠ ਨਹੀਂ ਸੀ ਹੁੰਦੇ। ਇਹ ਤਾਂ ਜਿਵੇਂ ਅੱਜ ਭੇਡਾਂ ਬੱਕਰੀਆਂ ਦੇ ਇਕੱਠ ਕਰਕੇ ਅਸੀਂ ਜਗਾਰੇ ਗੋਈ ਦਿੰਦੇ ਹਾਂ, ਹਾਂਜੀ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਹ ਸਰਬੱਤ ਖਾਲਸੇ ਦਾ ਵਿਧੀ ਵਿਧਾਨ ਨਹੀਂ ਸੀ। ਸਰਬੱਤ ਖਾਲਸੇ ਵਿੱਚ ਅਕਾਲ ਤਖਤ 'ਤੇ ਬੈਠ ਕੇ ਇਹ ਸਰਬੱਤ ਖਾਲਸਾ ਧਾਰਮਿਕ ਫੈਸਲੇ ਕਰਦਾ ਹੁੰਦਾ ਸੀ, ਗੁਰਮਤਿ ਕਰਦਾ ਸੀ, ਉਹਨੂੰ ਗੁਰੂ ਪੰਥ ਦਾ ਹੁਕਮ ਮੰਨਿਆ ਜਾਂਦਾ ਸੀ। 1716 ਤੋਂ ਲੈ ਕੇ 1763 ਤੱਕ ਸਿੱਖਾਂ ਦੇ ਉੱਤੇ ਮੁਗਲ ਹਕੂਮਤ ਵੱਲੋਂ ਸਖਤੀ ਕੀਤੀ ਗਈ। ਨਾਦਰ ਸ਼ਾਹ ਦੁਰਾਨੀ ਤੇ ਅਹਿਮਦ ਸ਼ਾਹ ਨਾਲ ਟੱਕਰ ਹੋਈ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ। 80 ਰੁਪਏ ਵਿੱਚ ਸਿੱਖਾਂ ਦੇ ਸਿਰ ਵਿਕਦੇ ਨੇ, ਪਰ ਖਾਲਸਾ ਜਿੱਥੇ ਮੰਗ ਰਿਹਾ ਇੰਨੀ ਕਹਿਰਤਾ ਦੇ ਬਾਵਜੂਦ ਵੀ। ਤੇ ਉਹਨੇ ਜ਼ਕਰੀਆ ਖਾਨ ਨਾਦਰ ਸ਼ਾਹ ਨੇ ਪੁੱਛਿਆ ਵੀ ਕੌਣ ਨੇ, ਉਹਦਾ ਜਵਾਬ ਜ਼ਕਰੀਆ ਖਾਨ ਨੂੰ ਬੁਲਾ ਕੇ ਉਹਨੇ ਪੁੱਛਿਆ ਵੀ ਕਿਹੜੇ ਨੇ? ਤੂੰ ਤਾਂ ਕਹਿੰਦਾ ਸੀ ਇਹਨਾਂ ਨੂੰ ਖਤਮ ਕਰ ਦਿਆਂਗੇ, ਇਹ ਖਤਮ ਕਿਉਂ ਨਹੀਂ ਹੁੰਦੇ? ਬੜੇ ਕਮਾਲ ਦੇ ਬੋਲ ਅੱਗੋਂ ਉਹਦੇ ਨੇ।
जकरिया खमोलिया, नादर कहे सुनावा तू सुन जकरीए, ये पईयां कौन बुलावा मेरी फौज ते, मैनू दस पता सरनामा काफर कौन ने, मैं खुरा मटा के जावा बागी दलों का, वो मैं परबत सने हिलावा बंदा चीज की। वो कहता दस तो सी किहड़े ने, मैं तो पहाड़ हिला के रख दिते, बंदे किहड़ी चीज दे ने, तू इन्हां समझ के रखिया है। नादर कहे सुनावा तू सुन जकरीए, ये पईयां कौन बुलावा मेरी फौज ते, कहता किहड़ियां बुलावा पै गई, किन्हां ने मेरा रस्ता रोक लिया। कहता मैं दस तो सही है कौन ने, मैं पर्वत सने हिलावा बंदा चीज की, मैं तो पहाड़ हिला के रख दिया। जद बोल कहे मन भाउंदे इदां शाह ने, ਉਹਨੂੰ ਕੋਲ ਬਹਾ ਕਹਿਣ ਨਵਾਬ ਸਾਹਿਬ, ਇਹ ਕਾਫਰ ਸਿੰਘ ਕਹਾਉਂਦੇ ਆਪਣੇ ਆਪ ਨੂੰ, ਇਹ ਘੋੜਿਆਂ ਤੇ ਘਰ ਪਾਉਂਦੇ ਰਹਿਣ ਨਾ ਇੱਕ ਥਾਂ, ਇਹ ਜੰਗਲ ਵੇਲੇ ਸ਼ੰਭ ਇਹਨਾਂ ਦੇ ਵਤਨ ਨੇ, ਇਹ ਭੁੱਖੇ ਛੋਲੇ ਖਾਂਦੇ ਕਹਿਣ ਬਦਾਮ ਨੇ। ਕਹਿੰਦਾ ਕਮਾਲ ਹੋ ਗਈ, ਭੁੱਖਿਆਂ ਨੂੰ ਰੋਟੀ ਨਹੀਂ ਮਿਲਦੀ, ਛੋਲੇ ਕਹਿ ਕੇ ਬਦਾਮ ਕੇ, ਛੋਲੇ ਖਾ ਕੇ ਬਦਾਮ ਕਹਿ ਦਿੰਦੇ ਆ, ਘਰ ਘਾਟ ਇਹਨਾਂ ਦਾ ਹੈ ਕੋਈ ਨਹੀਂ, ਜੰਗਲਾਂ ਦੇ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਇਹਨਾਂ ਦਾ ਟਿਕਾਣਾ ਹੈ, ਤੇ ਤੂੰ ਇਹਨਾਂ ਨੂੰ ਮਾਰ ਨਹੀਂ ਸਕਿਆ, ਵੀ ਤੂੰ ਇਹਨਾਂ ਨੂੰ ਖਤਮ ਨਹੀਂ ਕਰ ਸਕਿਆ, ਵੀ ਇਹਨਾਂ ਦੇ ਪੱਲੇ ਕੀ ਹੈ। ਉਹ ਕਹਿੰਦਾ ਮੈਂ ਕਈ ਵਾਰੀ ਖੁਦ ਚੜ ਕੇ ਧੂਣਾ ਪੱਟੀਆਂ, ਸੁਣ ਸੁਣ ਪਰਬਤ ਧੜਕੇ ਕੀਤੇ ਜ਼ੁਲਮ ਜੋ, ਧਾਨਾਂ ਵਾਂਗੂ ਛੜ ਕੇ ਖਾਕ ਰਲਾਏ ਮੈਂ। ਕਹਿੰਦਾ ਫਿਰ ਖਤਮ ਹੋ ਗਏ, ਮੁੱਕ ਗਏ। ਕਹਿੰਦਾ ਪਰ ਅਫਸੋਸ ਇਹ ਦੂਣੇ ਹੋ ਰੜਕੇ ਸਾਡੀ ਅੱਖ ਵਿੱਚ, ਇਹ ਸਾਡੀ ਹਿੱਕ ਤੇ ਚੜ ਕੇ ਪਾਉਂਦੇ ਭੰਗੜਾ। ਅੱਗੋਂ ਇਹ ਕਹਿੰਦਾ ਜਦੋਂ ਜ਼ਕਰੀਆ ਖਾਨ ਨੇ ਜਵਾਬ ਦਿੱਤਾ ਤੇ ਨਾਦਰ ਕਹਿਣ ਲੱਗਾ, ਉਹ ਭਲਿਆ ਇਹਨਾਂ ਵਿੱਚੋਂ ਤਾਂ ਫਿਰ ਬਾਦਸ਼ਾਹੀ ਦੀ ਬਦਬੂ ਆਉਂਦੀ ਹੈ, ਇਹ ਕੱਲ ਨੂੰ ਬਾਦਸ਼ਾਹ ਬਣਨਗੇ। ਜਿਹੜੀ ਕੌਮ ਦੀ ਤੂੰ ਅੱਜ ਗੱਲ ਕੀਤੀ ਹੈ, ਇਹਨਾਂ ਦਾ ਰਾਹ ਤਾਂ ਅਸੀਂ ਕੀ ਰੋਕਣਾ, ਇਹ ਤਾਂ ਬਾਦਸ਼ਾਹ ਦੀ ਬੋ ਇਹਨਾਂ ਦੇ ਵਿੱਚ ਆਉਂਦੀ ਹੈ। ਐਡਾ ਪਿਆਰਾ ਇਹ ਜੀਵਨ ਸੀ ਸਾਡਾ, ਜਦੋਂ ਸਾਡੇ ਸਿਰਾਂ ਦੇ ਮੁੱਲ ਰੱਖੇ ਜਾਂਦੇ ਸੀ। ਉਹ ਬੰਦੇ ਜਿਹੜੇ ਸਾਡੇ ਦੁਸ਼ਮਣ ਸੀ, ਉਹ ਵੀ ਕਹਿਣ ਤੇ ਮਜਬੂਰ ਹੋ ਗਏ, ਇਹ ਸੰਗ ਕਿਸੇ ਭੱਜੇ ਜਾਂਦੇ ਉੱਤੇ ਵੈਰ ਨਹੀਂ ਕਰਦੇ, ਨਾ ਹੀ ਰਣ ਵਿੱਚੋਂ ਭੱਜੇ ਜਾਂਦੇ ਤਾਂ ਕਦੀ ਰਾਹ ਰੋਕਦੇ ਹਨ। ਔਰਤ ਭਾਵੇਂ ਬੁੱਢੀ ਹੋਵੇ ਜਾਂ ਜਵਾਨ, ਉਸਨੂੰ ਬੁੱਢੜੀ ਕਹਿ ਕੇ ਹੀ ਬੁਲਾਉਂਦੇ ਹਨ। ਇਹਨਾਂ ਵਿੱਚੋਂ ਕੋਈ ਵੀ ਚੋਰੀ ਯਾਰੀ ਨਹੀਂ ਕਰਦਾ। ਸੱਚ ਪੁੱਛੋ ਤਾਂ ਚੋਰ ਯਾਰ ਨੂੰ ਆਪਣਾ ਮਿੱਤਰ ਹੀ ਨਹੀਂ ਬਣਾਉਂਦੇ। ਅਸਲੀਅਤ ਇਹ ਹੈ ਕਿ ਇਹ ਸੱਗ ਨਹੀਂ, ਇਹ ਸ਼ੇਰ ਹਨ। ਜਦ ਰਨ ਵਿੱਚ ਖੰਡਾ ਚੱਲਦਾ ਹੈ ਤਾਂ ਸ਼ੇਰਾਂ ਵਰਗੀ ਬਹਾਦਰੀ ਦਿਖਾਉਂਦੇ ਹਨ। ਕਾਜੀ ਨੂਰ ਮੁਹੰਮਦ ਨੇ ਇਹ ਬੋਲ ਜਿਹੜੇ ਹੋਏ ਲਿਖੇ ਹੋਏ ਹਨ। ਇਹ ਸਾਡਾ ਜੀਵਨ ਸੀ ਖਾਲਸੇ ਦਾ, ਜਦੋਂ ਖਾਲਸੇ ਦੇ ਸਿਰਾਂ ਦੇ ਬੁੱਲ ਰੱਖ ਦਿੱਤੇ। ਇਹ ਗੁਰੂ ਪੰਥ ਸੀ ਉਸ ਵੇਲੇ, ਗੁਰੂ ਪੰਥ ਦੀ ਉਸ ਵੇਲੇ ਬੋਲਬਾਲਾ ਸੀ, ਕਿਉਂ ਖਾਲਸਾ ਜਥੇਬੰਦ ਸੀ। ਅਹਿਮਦ ਸ਼ਾਹ ਦੇ ਹਮਲਿਆਂ ਨੇ ਸਿੱਖਾਂ ਨੂੰ ਮੁੜ ਜਥੇਬੰਦ ਕਰ ਦਿੱਤਾ ਸੀ। 12 ਮਿਸਲਾਂ ਕਾਇਮ ਹੋਈਆਂ, ਭਾਵੇਂ ਅੱਡੇ ਵੱਖਰੇ ਵੱਖਰੇ ਸਨ, ਭਾਵੇਂ ਉਹਨਾਂ ਦੇ ਅੱਡੇ ਵੱਖਰੇ ਸਨ, ਪਰ ਸਿੱਖੀ ਦੀ ਸਪਿਰਿਟ ਜਿਹੜੀ ਉਹ ਸਾਂਝੀ ਸੀ, ਕਿਉਂਕਿ ਉਹਨਾਂ ਨੇ ਮੁਸੀਬਤਾਂ ਨੂੰ ਇੱਕ ਜਾਨ ਦੇ ਉੱਤੇ ਝੱਲਿਆ ਸੀ। ਜਦ ਇਹ ਮਿਲ ਕੇ ਗੁਰਮਤਾ ਕਰਦੇ ਤਾਂ ਹਰੇਕ ਸਿੱਖ ਉਸ ਨੂੰ ਮੰਨਦਾ ਸੀ। ਪੰਥ ਗੁਰਮਤਾ ਰੋਜ਼ ਰੋਜ਼ ਨਹੀਂ ਸੀ ਹੁੰਦਾ, ਉਦੋਂ ਜੋ ਕੀਤਾ ਜਾਂਦਾ ਸੀ ਜਦੋਂ ਪੰਥ ਉੱਤੇ ਕੋਈ ਧਰਮ ਉੱਤੇ ਕੋਈ ਵੱਡੀ ਔਕੜ ਜਾਂ ਮੁਸੀਬਤ ਆ ਜਾਂਦੀ ਸੀ, ਜਦੋਂ ਸਾਂਝੇ ਕਿਸੇ ਯਤਨ ਦੀ ਲੋੜ ਹੁੰਦੀ ਸੀ। ਗੁਰਮਤਾ ਇੱਕਦਮ ਸੰਗਤ ਵਿੱਚ ਪੇਸ਼ ਨਹੀਂ ਸੀ ਕਰ ਦਿੱਤਾ ਜਾਂਦਾ, ਬਲਕਿ ਪੇਸ਼ ਕਰਨ ਤੋਂ ਪਹਿਲਾਂ ਜਥਿਆਂ ਦੇ ਸਰਦਾਰ ਬੈਠ ਕੇ ਇਸ ਤੇ ਵਿਚਾਰ ਕਰਦੇ ਸੀ। ਸਰਬਸੰਮਤੀ ਨਾਲ ਫਿਰ ਸ੍ਰੀ ਅਕਾਲ ਤਖਤ ਦਾ ਜਥੇਦਾਰ ਸੰਗਤ ਨੂੰ ਗੁਰਮਤਾ ਪੜ੍ਹ ਕੇ ਸੁਣਾਉਂਦਾ ਸੀ, ਸਰਬੱਤ ਖਾਲਸਾ ਉਸ ਨੂੰ ਪਾਸ ਕਰਦਾ ਸੀ। ਇਹ ਢੰਗ ਸੀ ਉਸ ਵੇਲੇ, ਜਿਹੜਾ ਸਾਡਾ ਗੁਰੂ ਪੰਥ ਦਾ ਸਾਡਾ ਇੱਕ ਸੰਕਲਪ ਜਿਹਾ ਹੈ, ਉਹ ਇਸ ਤਰ੍ਹਾਂ ਦਾ ਹੈ। ਅੱਜ ਨਾ ਅਸੀਂ ਗੁਰੂ ਪੰਥ ਨੂੰ ਪ੍ਰਗਟ ਕਰ ਸਕੇ ਹਾਂ। ਅੱਜ ਗੁਰੂ ਪੰਥ ਸਿਰਫ ਉਹੀ ਬੰਦੇ ਅਸੀਂ ਬਣਾ ਦਿੱਤੇ ਜਿਹੜੇ 5 ਜਾਂ 7 ਵੀ ਉਹੀ ਗੁਰੂ ਪੰਥ ਹਨ, ਉਹ ਜਿਹੜੇ ਮਰਜ਼ੀ ਫੈਸਲੇ ਕਰ ਲੈਣ, ਕਿਸੇ ਨੂੰ ਕੱਢ ਦੇਣ, ਕਿਸੇ ਨੂੰ ਰੱਖ ਲੈਣ। ਇਹ ਗੁਰੂ ਪੰਥ ਦਾ ਇੱਕ ਅਸੀਂ ਛੋਟਾ ਕਰਕੇ ਰੱਖ ਦਿੱਤਾ, ਜਦ ਕਿ ਗੁਰੂ ਪੰਥ ਦੇ ਫੈਸਲੇ ਕਰਨ ਦਾ ਢੰਗ ਜਿਹੜਾ ਸੀ ਉਹ ਨਿਰਾਲਾ ਜੋ ਗੁਰੂ ਸਾਹਿਬ ਨੇ ਦੱਸਿਆ ਉਹ ਸੀ। ਚਾਹੀਦਾ ਇਹ ਹੈ ਕਿ ਜਿੱਥੇ ਕਮੀ ਆ ਗਈ ਹੈ, ਕਮਜ਼ੋਰੀ ਆ ਗਈ ਹੈ, ਉਹਨਾਂ ਨੂੰ ਅਸੀਂ ਹੱਲ ਕਰੀਏ, ਉਹਨਾਂ ਨੂੰ ਬੈਠ ਕੇ ਵਿਚਾਰੀਏ, ਉਹਨਾਂ ਦੇ ਉੱਤੇ ਆਪਣਾ ਹੋਰ ਜ਼ੋਰ ਲਾਈਏ, ਇਹ ਏਕਤਾ ਵਾਲੇ ਪਾਸੇ ਨੂੰ ਤੁਰੀਏ, ਨਾ ਕਿ ਖੇਰੂ ਹੋ ਕੇ ਅਸੀਂ ਆਪਣੀਆਂ ਭਵਿੱਖ ਨੂੰ ਜਿਹੜਾ ਹੈ ਉਹ ਖਤਰੇ 'ਚ ਪਾ ਦਈਏ। ਇਹ ਬਾਰ-ਬਾਰ ਮੈਂ ਬੇਨਤੀ ਇਸ ਕਰਕੇ ਕਰ ਰਿਹਾ ਹਾਂ ਕਿ ਹਾਲਾਤ ਇਹੋ ਜਿਹੇ ਬਣੇ ਹੋਏ ਹਨ, ਅੱਜ ਇਹ ਹਾਲਤ ਹਨ ਵੀ ਜੇ ਅਸੀਂ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲੇ ਥੋੜੇ ਸਾਲਾਂ ਵਿੱਚ ਹੀ ਫਿਰ ਹੋਰ ਨੁਕਸਾਨ ਜਿਹੜਾ ਹੈ ਉਹ ਸਿੱਖੀ ਦਾ ਹੋ ਸਕਦਾ ਹੈ। ਇਹ ਜਿਹੜੀ ਮੱਧ ਸਾਡੇ ਕੋਲ ਹੈਗੀ ਹੈ, ਗੁਰੂ ਪੰਥ ਅੱਗੇ
ਤਿਆਰ ਬਰ ਤਿਆਰ ਸਿੰਘਾਂ ਦੇ ਸਮੂਹ ਨੂੰ ਗੁਰੂ ਪੰਥ ਕਹਿੰਦੇ ਹਨ। ਇਸ ਦੀ ਤਿਆਰੀ ਦਸੇ ਗੁਰੂ ਸਾਹਿਬਾਨ ਨੇ ਕੀਤੀ ਤੇ 10 ਗੁਰੂ ਜੀ ਨੇ ਅੰਤਮ ਸਰੂਪ ਬਣ ਕੇ ਗੁਰਿਆਈ ਸੌਂਪੀ। ਇਹ ਮੱਧ ਬੜੀ ਮਹੱਤਵਪੂਰਨ ਹੈ। ਲੋੜ ਹੈ ਇਸ ਨੂੰ ਚੰਗੀ ਤਰ੍ਹਾਂ ਅੱਜ ਵਿਚਾਰਨ ਦੀ, ਦ੍ਰਿੜ ਕਰਨ ਦੀ। ਇਸ ਮੱਧ ਰਾਹੀਂ ਗੁਰੂ ਪੰਥ ਦੀ ਵਿਆਖਿਆ ਕੀਤੀ ਗਈ, ਜਿਹੜੀ ਮੈਂ ਆਪ ਜੀ ਨਾਲ ਸਾਂਝੀ ਕੀਤੀ ਹੈ। ਤਿਆਰ ਬਰ ਤਿਆਰ ਜਾਣੀ ਕਿ ਅੰਮ੍ਰਿਤਧਾਰੀ ਗੁਰੂ ਕੇ ਪਿਆਰੇ ਸਮੂਹ ਹੀ ਗੁਰੂ ਪੰਥ ਖਵਾ ਸਕਦਾ ਹੈ। ਹੁਣ ਤਿਆਰ ਬਰ ਤਿਆਰ ਦਾ ਮਤਲਬ ਇਹ ਤਾਂ ਹੈ ਨਹੀਂ ਵੀ ਜਿਹਨੇ ਰੋਮਾਂ ਦੀ ਬੇਦਬੀ ਵੀ ਕੀਤੀ ਹੋਵੇ, ਰੋਮਾਂ ਨੂੰ ਤਰਖਾਈਆ ਵੀ ਹੋਵੇ, ਉਹ ਤਾਂ ਤਿਆਰ ਬਰ ਤਿਆਰ ਮੰਨਿਆ ਨਹੀਂ ਜਾਂਦਾ। ਤਿਆਰ ਬਰ ਤਿਆਰ ਦਾ ਮਤਲਬ ਹੀ ਇਹ ਹੈ, ਜਿਹੜਾ ਅੰਮ੍ਰਿਤਧਾਰੀ ਹੈ ਉਹਨੂੰ ਤਿਆਰ ਬਰ ਤਿਆਰ ਕਿਹਾ ਜਾਂਦਾ ਹੈ। ਦੇਖੋ, ਫਿਰ ਮੈਂ ਇੱਕ ਵਾਰੀ ਗੱਲ ਦੁਹਰਾ ਰਿਹਾ, ਮਾਰਿਆ ਸਿੱਕਾ ਜਗ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜੋ ਪੌੜੀ 45 ਵਿੱਚ ਪਹਿਲੀ ਵਾਰ ਦੇ ਵਿੱਚ ਦਰਜ ਕੀਤਾ ਗਿਆ ਭਾਈ ਗੁਰਦਾਸ ਜੀ ਨੇ, ਵੀ ਗੁਰੂ ਨਾਨਕ ਸਾਹਿਬ ਜੀ ਨੇ ਨਿਰਮਲ ਪੰਥ ਚਲਾਇਆ ਤੇ ਪਰਵਰਿਸ਼ ਕੀਤੀ ਬਾਕੀ ਗੁਰੂ ਸਾਹਿਬਾਨ ਨੇ, ਇਸ ਨਿਰਮਲ ਪੰਥ ਨੂੰ ਵੱਡਾ ਕੀਤਾ। ਕਲਗੀਧਰ ਪਾਤਸ਼ਾਹ ਜੀ ਨੇ 2 ਕਾਰਜ ਕੀਤੇ। ਪਹਿਲਾ ਸੀ ਇਸ ਨਿਰਮਲ ਪੰਥ ਨੂੰ ਖੰਡੇ ਬਾਟੇ ਦੀ ਪਹੁਲ ਦੇ ਕੇ ਅੰਤਮ ਸਰੂਪ ਬੰਨਿਆ, ਤੇ ਦੂਸਰਾ ਸੀ ਇਸ ਪੰਥ ਨੂੰ ਗੁਰਿਆਈ ਦੇ ਕੇ ਗੁਰੂ ਪੰਥ ਬਣਾ ਦਿੱਤਾ। 2 ਕਾਰਜ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੇ। ਪਹਿਲਾ ਅੰਮ੍ਰਿਤ ਦੀ ਦਾਤ ਦੇ ਕੇ ਦਾ ਅੰਤਮ ਸਰੂਪ ਬੰਨਿਆ, ਜਿੱਥੇ ਲਿਖਿਆ ਕਿ ਗੁਰੂ ਸਾਹਿਬਾਨ ਨੇ, ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬਣ ਕੇ ਗੁਰਿਆਈ ਸੌਂਪੀ। ਅੰਤਮ ਸਰੂਪ ਮਤਲਬ ਖੰਡੇ ਬਾਟੇ ਦੀ ਪਹੁਲ ਬਖਸ਼ ਕੇ, ਇਹਨੂੰ ਇੱਕ ਮਰਿਆਦਾ ਦੇ ਕੇ, ਜਿੱਥੇ ਇਹਨੂੰ ਗੁਰੂ ਦਾ ਦਰਜਾ ਵੀ ਨਾਲ ਦਿੱਤਾ ਗਿਆ। ਪੰਜਾਂ ਦੇ ਵਿੱਚ ਆਪ ਅੰਮ੍ਰਿਤ ਛਕਿਆ ਕਲਗੀਧਰ ਪਾਤਸ਼ਾਹ ਜੀ ਨੇ। ਇਹਦਾ ਅੰਤਮ ਸਰੂਪ ਸੀ। ਫਿਰ ਜਦੋਂ ਗੁਰਿਆਈ ਸੌਂਪ ਕੇ ਗੁਰੂ ਪੰਥ ਦਾ ਜਿਹੜਾ ਸੀ, ਗੁਰੂ ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾ ਦਿੱਤਾ। ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਲੋਂ ਗੁਰੂ ਪੰਥ ਦਾ ਅੰਤਮ ਸਰੂਪ ਬਣ ਕੇ ਇਸ ਨੂੰ ਗੁਰਿਆਈ ਸੌਂਪਣੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸਿਧਾਂਤ ਦੇ 2 ਬੁਨਿਆਦੀ ਥੰਮ ਹਨ। ਗੁਰੂ ਗ੍ਰੰਥ ਤੇ ਗੁਰੂ ਪੰਥ ਸਿੱਖ ਧਰਮ 2 ਬੁਨਿਆਦੀ ਥੰਮ ਹਨ। ਇਸ ਤੇ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਹੋ ਸਕਦਾ, ਤੇ ਨਾ ਹੀ ਇਹਦੇ ਤੇ ਕੋਈ ਕਿਸੇ ਨੂੰ ਕੋਈ ਛੋੜ ਦਿੱਤੀ ਜਾ ਸਕਦੀ। ਤੇ ਗੁਰੂ ਗ੍ਰੰਥ ਨੂੰ ਛੱਡ ਕੇ ਕੋਈ ਸਿੱਖ ਨਹੀਂ ਬਣ ਸਕਦਾ, ਤੇ ਗੁਰੂ ਪੰਥ ਨੂੰ ਛੱਡ ਕੇ ਵੀ ਕੋਈ ਸਿੱਖ ਨਹੀਂ ਬਣ ਸਕਦਾ, ਕਿਉਂਕਿ ਸਿੱਖ ਦੇ ਜੀਵਨ ਦੇ 2 ਹਿੱਸੇ ਹਨ, ਇੱਕ ਸਖਸ਼ੀ ਹੈ ਤੇ ਇੱਕ ਪੰਥਕ ਹੈ। ਜੇ ਸਖਸ਼ੀ ਜੀਵਨ ਜਿਉਣਾ ਚਾਹੁੰਦਾ ਹੈ ਤਾਂ ਉਹ ਵੀ ਅਧੂਰਾ ਹੈ, ਜੇ ਇਕੱਲਾ ਪੰਥ ਦੀ ਗੱਲ ਕਰਦਾ ਤਾਂ ਉਹ ਵੀ ਅਧੂਰਾ ਹੈ। ਇਹ 2 ਹਿੱਸੇ ਜਿਹੜੇ ਹਨ, ਇਹ ਸਾਡੇ ਜ਼ਰੂਰੀ ਹਨ, ਚ ਕਿਸੇ ਨੂੰ ਵੀ ਛੋਟ ਨਹੀਂ ਮਿਲ ਸਕਦੀ। ਸਿੱਖ ਭਾਵੇਂ ਆਜ਼ਾਦ ਵਿਚਰਦਾ ਹੈ, ਭਾਵੇਂ ਕਿਸੇ ਜਥੇਬੰਦੀ ਵਿੱਚ ਵਿਚਰਦਾ ਹੈ, ਭਾਵੇਂ ਕਿਸੇ ਟਕਸਾਲ ਸੰਪਰਦਾ ਡੇਰੇ ਜਾਂ ਸੰਸਥਾ ਦਾ ਮੈਂਬਰ ਹੈ, ਉਸ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਹੀ ਇਹਦਾ ਹਿੱਸੇਦਾਰ ਬਣਨਾ ਜ਼ਰੂਰੀ ਹੈ। ਇਹ ਗੱਲ ਜਿਹੜੀ ਬੜੀ ਜ਼ਰੂਰੀ ਸਾਨੂੰ ਸਮਝ ਲੈਣੀ ਚਾਹੀਦੀ ਹੈ। ਤਾਂ ਇਸ ਨੂੰ ਦ੍ਰਿੜਤਾ ਦੇ ਨਾਲ ਅੱਜ ਲਾਗੂ ਕਰਨ ਦੀ ਲੋੜ ਹੈ, ਔਰ ਪਹਿਲੇ ਨਾਲੋਂ ਵੀ ਜ਼ਿਆਦਾ ਹੈ, ਕਿਉਂਕਿ ਪੰਥ ਵਿੱਚ ਵਿਚਰ ਰਹੀਆਂ ਕੁਝ ਸ਼ਕਤੀਆਂ ਅੱਜ ਗੁਰੂ ਪੰਥ ਨੂੰ ਗੁਰਿਆਈ ਸੌਂਪਣ ਵਾਲੇ ਸਿਧਾਂਤ ਦੇ ਬਹੁਤੇ ਇਹ ਖਿਲਾਫ ਵਿਚਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਉਹ ਤਾਂ ਇਹੋ ਹੀ ਕਹਿੰਦੇ ਨੇ ਗੁਰੂ ਸਾਹਿਬ ਤਾਂ ਘੋੜੇ ਤੇ ਚਲ ਗਏ, ਉਹਨਾਂ ਦਾ ਗੁਰਿਆਈ ਦਿੱਤੀ ਨਹੀਂ, ਉਹਦਾ ਗੁਰਿਆਈ ਕਿਸੇ 11ਵੇਂ ਗੁਰੂ ਨੂੰ ਦੇ ਗਏ। ਉਹੀ ਜਥੇਬੰਦੀਆਂ ਅੱਜ 11ਵਾਂ 12ਵਾਂ 13ਵਾਂ 14ਵਾਂ ਗੁਰੂ ਬਣਾ ਕੇ ਤੁਰੀਆਂ ਫਿਰਦੀਆਂ ਹਨ। ਉਹ ਜਥੇਬੰਦੀਆਂ ਵੀ ਸਮਾਜ ਵਿੱਚ ਵਿਚਰ ਰਹੀਆਂ ਹਨ, ਉਹ ਸੰਪਰਦਾਵਾਂ ਵੀ ਜਿਹੜੀਆਂ ਹਨ ਤੁਰੀਆਂ ਹੋਈਆਂ। ਇਹ ਇੱਕ ਖਤਰੇ ਦੀ ਘੰਟੀ ਜਿਹੜੀ ਸਾਨੂੰ ਸਮਝਣੀ ਚਾਹੀਦੀ ਹੈ, ਵੀ ਇਹ ਖਤਰੇ ਦੀ ਘੰਟੀ ਸਾਡੇ ਲਈ ਵੱਜਦੀ ਹੈ। ਜੇ ਇਸ ਤਰ੍ਹਾਂ ਦੀਆਂ ਲਿਖਤਾਂ ਨਜ਼ਰ ਆ ਰਹੀਆਂ ਹਨ, ਜਿਸ ਵਿੱਚ ਦਸਮ ਗੁਰੂ ਜੀ ਨੂੰ ਇਸ ਦਾ ਅੰਤਮ ਸਰੂਪ ਬਣ ਕੇ ਗੁਰਿਆਈ ਸੌਂਪੀ ਦੀ ਥਾਂ ਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬਣ ਕੇ ਸੰਪੂਰਨਤਾ ਬਖਸ਼ੀ ਸਿਰਫ ਲਿਖ ਦਿੱਤਾ ਗਿਆ ਹੈ। ਇਹੋ ਜਿਹੀਆਂ ਲਿਖਤਾਂ ਵੀ ਸਾਨੂੰ ਮਿਲਦੀਆਂ ਹਨ, ਜਿਹੜੀਆਂ ਲਿਖਤਾਂ ਨੂੰ ਵੀ ਵਾਚਣ ਦੀ ਲੋੜ ਹੈ। ਇਹ ਸਾਨੂੰ ਅੰਤਮ ਸਰੂਪ ਦੇ ਗੁਰੂ ਪੰਥ ਦੇ ਜਿਹੜਾ ਬਖਸ਼ਣ ਦਾ ਅਧਿਕਾਰ, ਜਿਹੜੀ ਬਖਸ਼ਣ ਦੀ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ, ਉਹਦੇ ਤੋਂ ਵੀ ਸਾਨੂੰ ਇਹ ਤੋੜ ਕੇ ਦੂਰ ਲਿਜਾਣ ਦਾ ਯਤਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਇੱਕ ਸਮਝ ਲੈਣਾ ਚਾਹੀਦਾ ਵੀ ਇੱਕ ਬਹੁਤ ਗੰਭੀਰ ਸਾਜ਼ਿਸ਼ ਹੈ ਸਿੱਖੀ ਦੇ ਖਿਲਾਫ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਸੰਪੂਰਨਤਾ ਦੇ ਕੇ ਗੁਰਿਆਈ ਬਖਸ਼ਿਸ਼ ਕੀਤੀ ਹੈ। ਗੱਲ ਜਿਹੜੀ ਸਮਝਣ ਵਾਲੀ ਇਹ ਹੈ। ਤੋ ਇਸ ਦੀ ਰਾਖੀ ਕਰਨੀ, ਇਸ ਸਿਧਾਂਤ ਦੀ ਰਾਖੀ ਕਰਨੀ ਅੱਜ ਸਾਡਾ ਸਾਰਿਆਂ ਦਾ ਫਰਜ਼ ਹੈ, ਸਾਡੇ ਸਾਰਿਆਂ ਦੀ ਡਿਊਟੀ ਹੈ। ਇਹਦੀ ਰਾਖੀ ਦੇ ਉੱਤੇ ਅਸੀਂ ਬੈਠੇ ਹੋਏ ਹਾਂ, ਅਸੀਂ ਉਹਦਾ ਮੈਂਬਰ ਹਾਂ, ਅਸੀਂ ਉਹਦਾ ਅੰਗ ਹਾਂ। ਇਸ ਸਿਧਾਂਤ ਦੀ ਰਾਖੀ ਕਰਨੀ ਸਾਨੂੰ ਬਣਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ, ਤਾਂ ਇਸ ਵਿੱਚ ਵਾਹਿਗੁਰੂ ਤੇ ਖਾਲਸੇ ਦਾ ਵਰਣਨ ਕੀਤਾ, ਪਰ ਇੱਥੇ ਦੇਖੋ ਗੁਰੂ ਦਾ ਜ਼ਿਕਰ ਨਹੀਂ ਕੀਤਾ, ਇੱਥੇ ਉਸ ਅਕਾਲ ਪੁਰਖ ਦੇ ਨਾਂ ਦਾ ਜ਼ਿਕਰ ਕੀਤਾ। ਗੁਰੂ ਸਾਹਿਬ ਜੀ ਨੇ ਆਪਣੀ ਹਸਤੀ ਵੀ ਜਿਹੜੀ ਖਾਲਸੇ ਵਿੱਚ ਸਮਾ ਦਿੱਤੀ ਸੀ, ਮੇਰੀ ਹਸਤੀ ਵੀ ਖਾਲਸੇ ਵਿੱਚ ਹੈ। ਉਹ ਖਾਲਸੇ ਦਾ ਖਾਲਸਾ ਮੇਰੋ, ਪੋਤ ਪੋਤ ਸਾਗਰ ਬੰਦੇਰੋ।
ਇਸ ਹਸਤੀ ਨੂੰ ਉਹਦੇ ਸਮਾ ਦਿੱਤਾ ਸੀ। ਤੇ ਸਤਿਗੁਰੂ ਜੀ ਨੇ ਇੱਕ ਵਚਨ ਵੀ ਆਉਂਦਾ ਹੈ, ਮੋਹ ਗ੍ਰਹਿ ਮੈਂ ਤਨ ਮੈਂ ਮਨ ਮੈਂ ਸਿਰ ਲੋ ਧਨ ਹੈ ਸਭ ਇਨਹੀ ਕੋ, ਵੀ ਮੇਰਾ ਸਾਰਾ ਕੁਝ ਇਹਨਾਂ ਦਾ ਹੀ ਹੈ। ਤੇ ਸਰਬਲੋਕ ਗ੍ਰੰਥ ਜਿਹੜਾ ਮਿਲਦਾ ਉਹਦੇ ਚ ਵੀ ਇਹ ਸਾਰਾ ਜਿਹੜਾ ਲਿਖਿਆ ਹੈ, ਜਾ ਮੈਂ ਰੰਜਨਾ ਮਿਥਿਆ ਭਾਖੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ, ਰੋਮ ਰੋਮ ਜੇ ਰਸਨਾ ਪਾਉ ਤਦ ਪੈ ਖਾਲਸਾ ਜਸ ਮੈਂ ਗਾਉ, ਹੋ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇਰੋ। ਇਹ ਉਹਦੇ ਵਿੱਚ ਹੀ ਮਿਲਦਾ ਹੈ। ਤੇ ਨਾਲ ਫਿਰ ਅੱਗੇ ਮਿਲਦਾ ਹੈ, ਖਾਲਸਾ ਕਾਲਪੁਰਖ ਕੀ ਫੌਜ ਪ੍ਰਗਟਿਓ ਪਰਮਾਤਮ ਕੀ ਮੋਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ। ਇਹ ਜਿਹੜੀ ਕਵੀ ਕੰਕਨ ਨੇ ਵੀ ਜ਼ਿਕਰ ਜਿਹੜਾ ਕੀਤਾ ਹੈ, ਉਹ ਸ਼ਾਇਦ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਜਿਹੜਾ ਸੰਕਲਪ ਹੈ, ਇਹ 14 ਅਪ੍ਰੈਲ 1938 ਨੂੰ ਧਾਰਮਿਕ ਸਲਾਹਕਾਰ ਕਮੇਟੀ ਦੀ ਤੀਜੀ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅੰਮ੍ਰਿਤਸਰ ਵਿਖੇ ਹੋਈ। ਇਸ ਵਿੱਚ ਸਿੰਘ ਸਾਹਿਬ ਜਥਾ ਮੋਹਨ ਸਿੰਘ ਜੀ, ਜਥਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਭਾਈ ਸਾਹਿਬ ਭਾਈ ਲਾਭ ਸਿੰਘ ਜੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਹਾਜ਼ਰ ਹੋਏ। ਇਸ ਤੋਂ ਇਲਾਵਾ ਸੁਖ ਰੋਹ ਰੀਤੀ ਕਮੇਟੀ ਦੇ ਕਨਵੀਨਰ ਪ੍ਰੋਫੈਸਰ ਤੀਜਾ ਸਿੰਘ ਜੀ, ਪ੍ਰੋਫੈਸਰ ਜੋਤ ਸਿੰਘ ਜੀ, ਪ੍ਰੋਫੈਸਰ ਗੰਗਾ ਸਿੰਘ ਜੀ ਅਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਸ਼ਾਮਲ ਹੋਏ। ਇਹਨਾਂ ਵਿੱਚ ਇਹ ਗੱਲ ਫਿਰ ਕੀਤੀ ਗਈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਗਰੋਂ ਗੁਰਿਆਈ ਦੀ ਪਦਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਨੂੰ ਦਿੱਤੀ। ਗੁਰੂ ਵਿੱਚ ਆਦਿ ਤੋਂ ਹੀ ਦੋ ਚੀਜ਼ਾਂ ਹਨ, ਗੁਰਬਾਣੀ ਤੇ ਸੰਗਤ ਜਾਂ ਜੋਤ ਤੇ ਜੋਤ। ਗੁਰਬਾਣੀ ਪੂਰਨ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਕਲ ਵਿੱਚ ਸਥਾਪਿਤ ਹੋਈ ਹੈ ਤੇ ਸੰਗਤ ਗੁਰੂ ਖਾਲਸਾ ਦੀ ਸ਼ਕਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਕੀਤੀ ਹੈ। ਇਹ ਫੈਸਲਾ ਜਿਹੜਾ ਹੈ, ਇਹ ਉਹਦੇ ਵਿੱਚ ਜੋ 1938 ਦੀ ਮੀਟਿੰਗ ਧਾਰਮਿਕ ਸਲਾਹਕਾਰ ਕਮੇਟੀ ਦੀ ਹੋਈ, ਉਹਦੇ ਵਿੱਚ ਦਰਜ ਜਿਹੜਾ ਸੀ ਇਹ ਕੀਤਾ ਗਿਆ। ਇਹ ਗੁਰੂ ਪੰਥ ਦੇ ਜਿਹੜੀ ਛੋਟੀ ਜਿਹੀ ਪਰਿਭਾਸ਼ਾ ਹੈ, ਤੇ ਇਹ ਜੋ ਅਸੀਂ ਪੜ੍ਹਦੇ ਹਾਂ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ, ਜੋ ਪੰਥਕ ਰੈਣੀ ਦਾ ਪਹਿਲਾ ਅੰਕ ਹੈ ਸਾਡੇ ਸਾਹਮਣੇ ਨਜ਼ਰ ਆਉਂਦਾ ਹੈ, ਕਿ ਕੇਵਲ ਇੰਨੀ ਕੁ ਪਰਿਭਾਸ਼ਾ ਨਜ਼ਰ ਆਉਂਦੀ ਹੈ, ਪਰ ਇਹ 5-7 ਲਾਈਨਾਂ ਦੇ ਵਿੱਚ ਬਹੁਤ ਵੱਡਾ ਸੰਕਲਪ ਜਿਹੜਾ ਹੈ ਉਹ ਛੁਪਿਆ ਹੋਇਆ ਹੈ। ਤੋ ਇਸ ਸੰਕਲਪ ਨੂੰ ਅੱਜ ਮੁੜ ਕੇ ਉਜਾਗਰ ਕਰਨ ਦੀ ਲੋੜ ਹੈ। ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਇਸ ਸੰਕਲਪ ਨੂੰ ਅੱਜ ਦੁਬਾਰਾ ਫਿਰ ਉੱਥੇ ਲਿਜਾਣ ਦੀ ਲੋੜ ਹੈ, ਜਿੱਥੇ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਨੇ ਨਿਰਮਲ ਪੰਥ ਸ਼ੁਰੂ ਕਰਕੇ ਸਾਨੂੰ ਅੱਗੇ ਤੋਂ ਅੱਗੇ ਤੋਰਿਆ ਸੀ, ਉਸ ਪਾਸੇ ਅੱਜ ਲਿਜਾਣ ਦੀ ਲੋੜ ਹੈ। ਨਹੀਂ ਤਾਂ ਆਉਣ ਵਾਲਾ ਸਮਾਂ ਜੋ ਸਾਡਾ ਹੈ, ਇਹ ਬੜਾ ਖਤਰਨਾਕ ਸਾਨੂੰ ਨਜ਼ਰ ਆਉਂਦਾ ਹੈ। ਇਹ ਖਤਰਨਾਕ ਨਜ਼ਰ ਆਉਂਦਾ ਮਤਲਬ ਇਹ ਕੋਈ ਛੋਟੀ ਮੋਟੀ ਗੱਲ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਭਵਿੱਖ ਦੇ ਉੱਤੇ ਵੀ ਇਹ ਜਿਹੜਾ ਸਵਾਲ ਜਿਹੜੇ ਹੈ, ਸਵਾਲ ਚਿੰਨ੍ਹ ਖੜੇ ਕਰਦਾ ਹੈ। ਅਗਲੀ ਜਿਹੜੀ ਇਹ ਗੁਰੂ ਪੰਥ ਦੀ ਇਹ ਜਿਹੜੀ ਪਰਿਭਾਸ਼ਾ ਦਿੱਤੀ ਹੈ, ਮੈਂ ਫਿਰ ਇੱਕ ਵਾਰੀ ਉਹਨੂੰ ਥੋੜਾ ਜਿਹਾ ਦੁਹਰਾ ਦਿਆਂ ਪੜ੍ਹ ਕੇ ਆਪ ਜੀ ਦੇ, ਵੀ ਸੇਵਾ ਕੇਵਲ ਪੱਖੇ ਲੰਗਰ ਆਤੇ ਹੀ ਨਹੀਂ ਮੁੱਕ ਜਾਂਦੀ, ਸਿੱਖ ਦੀ ਸਾਰੀ ਜ਼ਿੰਦਗੀ ਪਰਉਪਕਾਰ ਵਾਲੀ ਹੈ। ਸੇਵਾ ਸਫਲ ਉਹ ਹੈ ਜੋ ਥੋੜੇ ਯਤਨ ਨਾਲ ਵਧੇਕ ਹੋ ਜਾਏ। ਹੁਣ ਇੱਥੇ ਸਪਸ਼ਟ ਹੋ ਗਿਆ ਕਿ ਸੇਵਾ ਵੀ ਇੱਕ ਜਥੇਬੰਦਕ ਰੂਪ ਵਿੱਚ ਵੀ ਕੀਤੀ ਜਾਂਦੀ ਹੈ। ਪੱਖੇ ਪਾਣੀ ਲੰਗਰ ਦੀ ਸੇਵਾ ਸਿੱਖ ਨੂੰ ਸੇਵਾ ਮਾਰਗ ਤੇ ਤੁਰਨ ਲਈ ਪ੍ਰੇਰਨਾ ਦਿੰਦੀ ਹੈ, ਜਾਚ ਸਿਖਾਉਂਦੀ ਹੈ। ਇਹ ਆਰੰਭ ਹੈ, ਸ਼ੁਰੂਆਤ ਹੈ। ਪਰ ਗੁਰੂ ਪਾਤਸ਼ਾਹ ਚਾਹੁੰਦੇ ਹਨ ਕਿ ਸੇਵਾ ਸਿੱਖ ਦੇ ਜੀਵਨ ਦਾ ਮਹੱਤਵਪੂਰਨ ਹਿੱਸਾ ਬਣਿਆ ਰਹੇ, ਇਹ ਤਾਂ ਕਿ ਇਹਦਾ ਸੁਣਨਾ, ਸੋਚਣਾ, ਦੇਖਣਾ, ਬੋਲਣਾ, ਚੱਲਣਾ ਸਾਰਾ ਹੀ ਪਰਉਪਕਾਰ ਵਾਲਾ ਹੋਵੇ। ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਵਿੱਚ ਪੰਨਾ 218 ਤੇ ਇੱਕ ਸ਼ਬਦ ਆਉਂਦਾ ਹੈ, ਸਾਜਨ ਬੰਧ ਸੁਮਿੱਤਰ ਸੋ ਹਰ ਨਾਮ ਹਿਰਦੇ ਦੇ, ਔਗਣ ਸਾਹਿਬ ਮਿਟਾਏ ਕੇ ਪਰਉਪਕਾਰ ਕਰੇ। ਇਹ ਜੋ ਮੇਰੇ ਮਿੱਤਰ ਹਨ, ਉਹ ਸੱਜਣ ਹਨ ਜਿਹੜੇ ਪ੍ਰਮਾਤਮਾ ਦੇ ਨਾਮ ਦੀ ਦਾਤ ਜਿਹੜੀ ਹੈ ਉਹ ਬਖਸ਼ਦੇ ਹਨ, ਭਾਵ ਉਹਨਾਂ ਦੇ ਨਾਲ ਮੇਰੀ ਸਾਂਝ ਪਾਉਂਦੇ ਹਨ। ਤੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਵੀ ਇਹ ਸਾਰਾ ਕੁਝ ਦਿੱਤਾ ਹੋਇਆ, ਕਿਉਂਕਿ ਗੁਰਮੁਖ ਪੈਰ ਸਿਖਾਰਤੇ ਗੁਰਮੁਖ ਮਾਰਗ ਚਾਲ ਚਲੰਦੇ, ਭਾਵਨ ਪਰਉਪਕਾਰ ਨੂੰ ਗੁਰਸਿੱਖਾਂ ਨੂੰ ਖੋਜ ਲਹੰਦੇ। ਇਹ ਸੇਵਾ ਦੀ ਗੱਲ ਜਿੱਥੇ ਹੈ ਉਹ ਆਉਂਦੀ ਹੈ। ਫਿਰ ਇਹਦੇ ਤੋਂ ਪਹਿਲਾਂ ਵੀ ਭਾਈ ਗੁਰਦਾਸ ਜੀ ਇੱਕ ਬਚਨ ਹੋਰ ਲਿਖਦੇ ਹਨ, ਗੁਰਬਾਣੀ ਲਿਖ ਪੋਥੀਆਂ ਤਾਨ ਮਿਰਦੰਗ ਰਵਾਬ ਵਜਾਵੇ, ਕਿਰਤ ਬਿਰਤ ਕਰ ਧਰਮ ਦੀ ਹੱਥੋਂ ਦੇ ਭਲਾ ਬਣਾਵੇ। ਗੁਰਮੁਖ ਹੱਥ ਸਖਿਆਤ ਹੈ, ਸਾਧ ਸੰਗਤ ਗੁਰਕਾਰ ਕਮਾਵੇ, ਪਾਣੀ ਪੱਖਾ ਪੀਣਾ ਪੈਰ ਧੋਈ ਚਰਨਾਮਿਤ ਪਾਵੇ। ਇਹ ਭਾਈ ਗੁਰਦਾਸ ਜੀ ਦੀਆਂ ਰਚਨਾ ਚ ਵੀ ਗੱਲ ਮਿਲਦੀ ਹੈ। ਤਾਂ ਪਰਉਪਕਾਰੀ ਬਣਨਾ ਇਹ ਸਿੱਖ ਦਾ ਜੀਵਨ ਦਾ ਸਰੂਪ ਹੈ। ਫਿਰ ਅੱਗੇ ਜਿਹੜੇ ਗੁਰੂ ਪੰਥ ਦੀ ਗੱਲਬਾਤ ਕੀਤੀ ਹੈ, ਇੱਕ ਵਾਰ ਫਿਰ ਇਹਨੂੰ ਥੋੜਾ ਜਿਹਾ ਆਪਾਂ ਗੁਰੂ ਪੰਥ ਤਿਆਰ ਬਰ ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ਗੁਰੂ ਪੰਥ ਆਖਦੇ ਆ। ਇਸ ਦੀ ਤਿਆਰੀ 10 ਗੁਰੂ ਸਾਹਿਬਾਨ ਨੇ ਕੀਤੀ ਤੇ 10ਵੇਂ ਗੁਰੂ ਜੀ ਨੇ ਇਸ ਦਾ ਅੰਤਮ ਰੂਪ ਬਣ ਕੇ ਗੁਰਿਆਈ ਬਖਸ਼ੀ। ਇੱਥੇ ਹੁਣ ਬੜੀ ਸਪਸ਼ਟ ਗੱਲ ਹੈ ਵੀ ਇਹ ਗੁਰੂ ਪੰਥ ਕਿਸੇ ਪਾਰਟੀ ਦਾ ਨਹੀਂ, ਕਿਸੇ ਧੜੇ ਦਾ ਨਹੀਂ, ਇਹ ਗੁਰੂ ਪੰਥ ਕਿਸੇ ਦਲ ਦਾ ਨਹੀਂ, ਕਿਸੇ ਦਲ ਦਾ ਨਹੀਂ, ਇਹ ਗੁਰੂ ਪੰਥ ਸਮੁੱਚੀ ਕੌਮ ਦਾ ਹੈ।
तो ਇਹਦੇ ਚ ਪ੍ਰਾਚੀਨ ਪੰਥ ਪ੍ਰਕਾਸ਼ ਵਾਲੇ ਦੇ ਵਿੱਚ ਵੀ ਲਿਖਿਆ ਹੋਇਆ, ਸੋ ਸਤਿਗੁਰ ਕੰਮ ਸਭ ਖਾਲਸੇ ਦਿਓ, ਮੁਖਤ ਯਾਰ ਖਾਲਸਾ ਹੱਥਾਂ ਕੀਓ, ਪੰਜ ਭਿਅੰਗਨ ਤੇ ਅਰਦਾਸ ਕਰਾਓ, ਜੋ ਮੰਗੋ ਸੋਈ ਫਲ ਪਾਓ। ਬੰਦੇ ਕੋਲ ਖੰਡਾ ਦਿਓ ਲਿਓ ਉਨ ਗੱਲ ਲਾਏ, ਖਾਲਸੇ ਦਿਵਸ ਵਿਟੋ ਤਿਨ ਖੰਡੇ ਲਿਓ ਚਨਾਏ। तो कहने का भाव है इतिहासिक हवाले साढ़े कोल बहुत हैं, जिथों गुरु पंथ के ये स्वरूप नूं साडे सामने जिहड़ा है वो रखा गया है। इस वास्ते यतन यही करना चाहिए है कि असी इस गुरु पंथ का जो संकल्प कलगीधर पातशाह जी ने साडे सामने नाल रखिया, तो धार्मिक सलाहकार कमेटी की जिहड़ी 1938 की परिभाषा मैं पढ़ के सुनाई है, फिर सुना दियां। सर्वसम्मति नाल प्रवान होया कि श्री गुरु गोबिंद सिंह जी ने अपने मगरों गुरियाई श्री गुरु ग्रंथ साहब ते गुरु खालसा नूं दित्ती। गुरु विच आद तो ही दो चीज़ां हैं, गुरबाणी ते संगत दा जां जोत दा जुगत। गुरबाणी पूर्ण होकर गुरु ग्रंथ साहब जी की शक्ल विच स्थापन हुई ते संगत गुरु खालसा की शक्ल विच श्री गुरु ग्रंथ साहब जी ताब्या की गई। ये गुरु पंथ है जिहदा संकल्प ये 6 लाइनां दे विच साडे सामने सिखरात बराबर दिता गया है जी। अज दी विचार करदे होइयां भुल्लां दी आपा सुखी मैं चाहुंदा हां। कल असीं उस तो अगली विचार जो अमृत संस्कार है वो शुरू करांगे जी। प्यार साथ फतेह दी साझ करो। वाहिगुरू जी का खालसा, वाहिगुरू जी की फतेह।